ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕੁਲਵੰਤ ਸਿੰਘ। ਅੱਜ ਅਸੀਂ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਲੰਮਾ ਸਮਾਂ ਅੱਖਾਂ ਦੀ ਸਮੱਸਿਆ ਤੋਂ ਸੰਤਾਪ ਭੋਗਿਆ। ਕਾਲਾ ਮੋਤੀਆ ਇਹਨਾਂ ਦੀ ਅੱਖਾਂ ਦੇ ਵਿੱਚ ਉਤਰ ਆਇਆ ਸੀ, ਜਿਹਦੇ ਕਾਰਨ ਇਹਨਾਂ ਦੀ ਨਿਗਾਹ ਘਟਦੀ ਚਲੀ ਗਈ ਅਤੇ ਐਨਕ ਦਾ ਨੰਬਰ ਵੱਧਦਾ ਚਲਾ ਗਿਆ। ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਬਚਪਨ ਤੋਂ ਹੀ ਇਹ ਅੱਖਾਂ ਦੇ ਵਿੱਚ ਸਮੱਸਿਆ ਆਉਂਦੀ ਸੀ, ਪੜ੍ਹਨ ਦੇ ਵਿੱਚ ਸਮੱਸਿਆ ਆਉਂਦੀ ਸੀ, ਖਿੱਚ ਪੈਂਦੀ ਸੀ ਅੱਖ ਦੇ ਵਿੱਚ। ਪਰ ਇਹਨਾਂ ਨੂੰ ਅਸਲ ਪਤਾ ਉਦੋਂ ਲੱਗਿਆ ਜਦੋਂ ਇਹਨਾਂ ਦੀ ਉਮਰ 18 ਸਾਲ ਦੀ ਹੋਈ। ਹੌਲੀ ਹੌਲੀ ਜਿਹੜੀ ਇਹਨਾਂ ਦੀ ਐਨਕ ਦਾ ਨੰਬਰ ਜਿਹੜਾ ਉਹ ਵੱਧਦਾ ਚਲਾ ਗਿਆ। ਅੱਖਾਂ ਦੇ ਵਿੱਚ ਪ੍ਰੈਸ਼ਰ ਵੱਧ ਕੇ ਜਿਹੜਾ ਉਹ 40 ਤੇ ਪਹੁੰਚ ਗਿਆ। ਡਾਕਟਰਾਂ ਕੋਲ ਜਾਂਦੇ ਸੀ, ਅਲੱਗ-ਅਲੱਗ ਡਾਕਟਰਾਂ ਨੇ ਅਲੱਗ-ਅਲੱਗ ਇਲਾਜ ਕੀਤੇ, ਪਰ ਸਮੱਸਿਆ ਦਾ ਸਮਾਧਾਨ ਹੱਲ ਨਹੀਂ ਨਿਕਲ ਸਕਿਆ। ਇੱਥੋਂ ਤੱਕ ਕਿ PGI ਦੇ ਵਿੱਚ ਪਹੁੰਚ ਕੇ ਜਦੋਂ ਇਹਨਾਂ ਨੇ ਉੱਥੋਂ ਚੈੱਕਅਪ ਕਰਾਇਆ ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਅੱਖਾਂ ਦਾ ਪ੍ਰੈਸ਼ਰ ਇੰਨਾ ਵੱਧ ਚੁੱਕਿਆ ਕਿ ਹੁਣ ਇਹਦਾ ਆਪਰੇਸ਼ਨ ਕਰਨਾ ਪਏਗਾ ਤਾਂ ਕਿ ਪ੍ਰੈਸ਼ਰ ਘਟਾਇਆ ਜਾ ਸਕੇ। ਲੇਕਿਨ ਕਾਲੇ ਮੋਤੀਏ ਦਾ ਇਲਾਜ ਉਹਨਾਂ ਨੇ ਵੀ ਇਹ ਕਹਿ ਕੇ ਮਨਾ ਕਰਤਾ ਵੀ ਇਹਦਾ ਇਲਾਜ ਨਹੀਂ ਹੋ ਸਕਦਾ। ਅੱਖਾਂ ਦਾ ਆਪਰੇਸ਼ਨ ਹੋਇਆ, ਪ੍ਰੈਸ਼ਰ ਘਟਿਆ ਨਹੀਂ ਅਤੇ ਨਿਗਾਹ ਜਿਹੜੀ ਆ ਉਸੇ ਤਰ੍ਹਾਂ ਘਟਦੀ ਚਲੀ ਗਈ ਅਤੇ ਨੰਬਰ ਉਸੇ ਤਰ੍ਹਾਂ ਵੱਧਦਾ ਚਲਾ ਗਿਆ। ਫਿਰ ਅਚਾਨਕ ਅੱਗੇ ਕੀ ਹੋਇਆ, ਕਿਸ ਤਰੀਕੇ ਦੇ ਨਾਲ ਅੱਜ ਇਹਨਾਂ ਨੇ ਆਪਣੇ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵੱਲ ਵੱਧ ਚਲੇ ਨੇ। ਇਹ ਕਾਲਾ ਮੋਤੀਆ ਇਹਨਾਂ ਦਾ ਠੀਕ ਹੋਣ ਜਾ ਰਿਹਾ ਹੈ। 50% ਨਿਗਾਹ ਇਹਨਾਂ ਦੀ ਠੀਕ ਹੋ ਚੁੱਕੀ ਹੈ। ਉਹ ਪੂਰੇ ਘਟਨਾ ਚੱਕਰ ਦੇ ਦੌਰਾਨ ਕਿੱਦਾਂ ਇਹ ਇਲਾਜ ਵੱਲ ਵਧੇ ਅਤੇ ਕੌਣ ਇਹਨਾਂ ਦੇ ਇਲਾਜ ਦੇ ਵਿੱਚ ਸਹਾਈ ਹੋਇਆ, ਕਿਹੜੇ ਡਾਕਟਰ ਨੂੰ ਇਹ ਮਿਲੇ, ਕਿਹੜੀ ਪੱਧਤੀ ਇਹਨਾਂ ਨੇ ਅਪਣਾਈ, ਅੱਜ ਆਪਾਂ ਇਹਨਾਂ ਦੇ ਮੂੰਹੋਂ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨਦੀਪ ਕੌਰ ਆ। ਅੱਛਾ ਹਰਮਨਦੀਪ ਜੀ, ਕਿੱਥੇ ਤੋਂ ਰਹਿਣ ਵਾਲੇ ਹੋ? ਅਸੀਂ ਅੰਮ੍ਰਿਤਸਰ ਤੋਂ ਰਹਿਣ ਵਾਲੇ ਹਾਂ। ਅੱਛਾ, ਅਤੇ ਪਹਿਲਾਂ ਥੋੜ੍ਹਾ ਆਪਣੇ ਬਾਰੇ ਦੱਸੋ ਵੀ ਕੀ ਕਰਦੇ ਹੋ, ਕੀ ਤੁਸੀਂ ਪੜ੍ਹਦੇ ਹੋ, ਕੀ ਕਰਦੇ ਹੋ ਤੁਸੀਂ? ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। BSc ਨਰਸਿੰਗ ਕੀਤੀ ਹੋਈ ਹੈ। BSc ਨਰਸਿੰਗ ਕੀਤੀ ਹੋਈ ਹੈ? ਹਾਂਜੀ। ਤੁਸੀਂ ਡਾਕਟਰੀ ਲਾਈਨ 'ਚ ਪਹਿਲਾਂ ਹੀ ਹੋ? ਹਾਂਜੀ। ਅੱਛਾ, ਅਤੇ ਕਿੰਨਾ ਪੜ੍ਹੇ ਹੋ? ਆਪਣਾ ਕਿੰਨੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਜਿਹੜਾ ਇਹ ਪਤਾ ਲੱਗਿਆ ਵੀ ਤੁਹਾਡੀ ਨਿਗਾਹ ਦੇ ਵਿੱਚ ਸਮੱਸਿਆ ਆਉਣੀ ਚਾਹੀਦੀ? ਐਨਕ ਤੋਂ ਲੈ ਕੇ ਯਾਨੀ ਕਿੰਨੀ ਉਮਰ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੀ ਅੱਖਾਂ ਦੇ ਵਿੱਚ ਸਮੱਸਿਆ ਆ? ਮੈਨੂੰ 18 ਸਾਲ ਦੀ ਉਮਰ 'ਚ ਪਤਾ ਲੱਗ ਗਿਆ ਸੀ ਕਿ ਮੈਨੂੰ ਆਈਸ ਦੀ ਪ੍ਰੋਬਲਮ ਹੈ। ਅੱਛਾ, ਐਨਕ ਉਸ ਤੋਂ ਪਹਿਲਾਂ ਲੱਗ ਚੁੱਕੀ ਸੀ? ਨਹੀਂ, ਐਨਕ ਬਾਅਦ 'ਚੋਂ ਲੱਗੀ। ਅੱਛਾ, 18 ਸਾਲ ਦੀ ਉਮਰ 'ਚ ਜਾ ਕੇ ਤੁਹਾਨੂੰ ਇਹ ਪਤਾ ਲੱਗਿਆ ਕਿ ਤੁਹਾਡੀ ਅੱਖਾਂ ਦੇ ਵਿੱਚ ਸਮੱਸਿਆ ਆ ਗਈ। ਕੀ ਹੋਣ ਲੱਗ ਪਿਆ ਸੀ? ਉਦੋਂ ਹੈਡੇਕ ਵਗੈਰਾ ਹੀ ਹੁੰਦੀ ਸੀ ਬਸ। ਸਿਰ ਦਰਦ ਹੁੰਦਾ ਸੀ? ਹਾਂਜੀ। ਤੇ ਅੱਖਾਂ ਦੇ ਵਿੱਚ ਖਿਚਾਅ ਪੈਦਾ ਹੁੰਦਾ? ਹਾਂਜੀ, ਭਾਰੀਪਨ। ਅੱਛਾ। ਹਾਂਜੀ। ਫਿਰ ਤੁਸੀਂ ਜਦੋਂ ਤੁਹਾਨੂੰ ਇਹ ਸਮੱਸਿਆ ਆਈ ਤਾਂ ਫਿਰ ਤੁਸੀਂ ਕੀ ਕੀਤਾ? ਫਿਰ ਡਾਕਟਰ ਨਾਲ ਕੰਸਲਟ ਕੀਤਾ। ਉਹਨਾਂ ਨੇ ਫਿਰ ਸਪੈਕਸ ਲਾ ਦਿੱਤੀਆਂ, ਪਰ ਗਲੂਕੋਮਾ ਬਾਰੇ ਦੱਸਿਆ ਨਹੀਂ ਸੀ। ਕਾਲੇ ਮੋਤੀ ਬਾਰੇ ਨਹੀਂ ਦੱਸਿਆ? ਹਾਂਜੀ। ਵੈਸੇ ਡਾਕਟਰ ਨੂੰ ਪਤਾ ਲੱਗ ਚੁੱਕਿਆ ਸੀ ਵੀ ਕਾਲੇ ਮੋਤੀਆ ਇਹਨਾਂ ਦੇ ਹੈਗਾ ਅੱਖਾਂ ਦੇ ਵਿੱਚ? ਨਹੀਂ। ਕਿਹੜੇ ਡਾਕਟਰ ਨੂੰ ਥੋੜਾ ਵਿਸਥਾਰ ਦੇ ਨਾਲ ਦੱਸੋ? ਕਿਹੜੇ? ਅਸੀਂ ਅੰਮ੍ਰਿਤਸਰ ਰਾਜਵੀਰ ਡਾਕਟਰ ਸੋਹਣ ਸਿੰਘ ਡਾਕਟਰ ਕੋ ਕਾਫੀ ਹਸਪੀਟਲ ਜਿੰਨੇ ਅੰਮ੍ਰਿਤਸਰ ਦੇ ਸਾਰੇ ਚੈੱਕਅਪ ਕਰਵਾਏ। ਜੀ। ਹਾਂਜੀ, ਪਰ ਕੋਈ ਇਲਾਜ ਨਹੀਂ ਹੈਗਾ ਸੀ ਇਸ ਚੀਜ਼ ਦਾ। ਉਹ ਸਿਰਫ ਆਈ ਡ੍ਰੌਪਸ ਦਿੰਦੇ ਸੀ, ਮੈਡੀਸਨ ਹੀ ਦਿੰਦੇ ਸੀ, ਕੋਈ ਫਰਕ ਨਹੀਂ ਪੈਂਦਾ। ਪ੍ਰੈਸ਼ਰ ਉੱਥੇ ਦਾ ਉੱਥੇ ਸੀ, ਨਿਗਾਹ ਘਟੀ ਜਾਂਦੀ ਸੀ। ਹਾਂਜੀ। ਤੇ ਨਿਗਾਹ ਘਟਦੀ ਚਲੀ ਗਈ, ਪ੍ਰੈਸ਼ਰ ਉੱਥੇ ਦਾ ਉੱਥੇ। ਜਦੋਂ ਪ੍ਰੈਸ਼ਰ ਪੈਂਦਾ ਸੀ ਅੱਖਾਂ ਦੇ ਵਿੱਚ ਦਰਦ ਹੁੰਦਾ ਸੀ, ਖਾਰਿਸ਼ ਹੁੰਦੀ ਸੀ, ਕਿੱਦਾਂ ਦੇ ਹੁੰਦਾ? ਜਦੋਂ ਪ੍ਰੈਸ਼ਰ ਜ਼ਿਆਦਾ ਹੋਏ ਫਿਰ ਅੱਖਾਂ ਵਿੱਚ ਭਾਰੀਪਨ ਹੋ ਜਾਂਦਾ, ਦਿਖਣਾ ਧੁੰਦਲਾ ਹੋ ਜਾਂਦਾ, ਧੁੰਦਲਾਪਨ ਦਿਖਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਹਾਂਜੀ। ਤੇ ਫਿਰ ਤੁਸੀਂ ਡਾਕਟਰ ਨੂੰ ਜਦੋਂ ਦੱਸਦੇ ਸੀ ਉਹ ਕੁਝ ਦਵਾਈਆਂ ਪਾਉਣ ਨੂੰ ਦਿੰਦੇ ਸੀ? ਹਾਂਜੀ, ਉਹ ਆਈ ਡ੍ਰੌਪਸ ਦਿੰਦੇ ਸੀ ਕਿ ਇਹ ਆਈ ਡ੍ਰੌਪਸ ਪਾਈ ਜਾਓ, ਇਹਦੇ ਨਾਲ ਪ੍ਰੈਸ਼ਰ ਕੰਟਰੋਲ ਉੱਪਰ ਹੁੰਦਾ ਨਹੀਂ ਸੀ। ਫਿਰ ਅਸੀਂ ਚੰਡੀਗੜ੍ਹ ਆਏ PGI। ਫਿਰ ਉਹਨਾਂ ਨੇ ਚੈੱਕਅਪ ਕੀਤਾ, ਪਰ ਉਹ ਕਹਿੰਦੇ ਸੀ ਆਪਰੇਸ਼ਨ ਕਰਾਂਗੇ, ਉਹਦਾ ਪ੍ਰੈਸ਼ਰ ਠੀਕ ਹੋ ਜਾਊਗਾ। ਪਰ ਪ੍ਰੈਸ਼ਰ ਫਿਰ ਵੀ ਨਹੀਂ ਠੀਕ ਹੋਇਆ ਆਪਰੇਸ਼ਨ ਕਰਨ ਤੋਂ ਬਾਅਦ ਵੀ। ਹਾਂਜੀ। ਅਤੇ ਇਸ ਦੌਰਾਨ ਪੜ੍ਹਾਈ ਨੂੰ ਲੈ ਕੇ ਵੀ ਕਾਫੀ ਦਿਮਾਗ ਦੇ ਉੱਤੇ ਬੋਝ ਹੋਣਾ ਕਿ ਮੈਨੂੰ ਦਿਖ ਨਹੀਂ ਰਿਹਾ, ਮੈਨੂੰ ਪ੍ਰੋਬਲਮ ਆ ਰਹੀ ਹੈ, ਮੈਨੂੰ ਅੱਖਾਂ ਦੇ ਵਿੱਚ, ਕਿਉਂਕਿ ਅੱਖਾਂ ਹੈ ਤਾਂ ਜਹਾਨ ਹੈ ਅਤੇ ਕੁਛ ਵੀ ਚੰਗਾ ਨਹੀਂ ਲੱਗਦਾ। ਕਿਸ ਤਰ੍ਹਾਂ ਦਾ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਸੀ ਵੀ ਮੇਰੀ ਪੜ੍ਹਾਈ ਵਿੱਚ ਰਹਿ ਗਈ? ਕਿਸ ਤਰ੍ਹਾਂ ਦੇ ਵਿਚਾਰ ਸੀ? BSc ਨਰਸਿੰਗ ਕੰਪਲੀਟ ਕਰ ਲਈ ਸੀ, ਉਸ ਤੋਂ ਬਾਅਦ ਜ਼ਿਆਦਾ ਪ੍ਰੋਬਲਮ ਆਉਣੀ ਸਟਾਰਟ ਹੋਈ। ਅੱਛਾ। ਹਾਂਜੀ। ਅਤੇ ਅੱਗੇ ਪੜ੍ਹਨ ਦੇ ਵਿਚਾਰ ਹੈਗੇ ਸੀਗੇ? ਹਾਂਜੀ, ਅੱਗੇ ਹੈਗੇ ਸੀ, ਪਰ ਉਹ ਫਿਰ ਵਿੱਚ ਹੀ ਰਹਿ ਗਏ ਹੁਣ। ਅੱਖਾਂ ਦੀ ਸਮੱਸਿਆ ਕਾਰਨ ਜਿਹੜਾ ਅੱਗੇ ਪੜ੍ਹਾਈ ਨਹੀਂ ਹੋ ਸਕਦੀ? ਹਾਂਜੀ। ਠੀਕ ਆ। ਅਤੇ ਫਿਰ ਜਦੋਂ PGI ਗਏ ਤੁਸੀਂ, PGI ਦੇ ਡਾਕਟਰਾਂ ਨੇ ਕੀ ਕੀਤਾ ਅਤੇ ਕੀ ਪ੍ਰੋਸੈਸ ਅਪਣਾਇਆ? ਉਹ ਪਹਿਲਾਂ ਰੈਗੂਲਰ ਟਰੀਟਮੈਂਟ ਚੱਲਿਆ ਮੇਰਾ। ਕਿੰਨੀ ਦੇਰ? ਆਈ ਥਿੰਕ 5-6 ਮੰਥ। ਠੀਕ ਹੈ। ਰੈਗੂਲਰ ਚੈੱਕਅਪ ਕਰਵਾਉਂਦਾ ਸੀ 15 ਡੇਜ਼ ਬਾਅਦ ਆ ਕੇ। ਫਿਰ ਉਸ ਤੋਂ ਬਾਅਦ ਮੈਡੀਸਨ ਸਟਾਰਟ ਕੀਤੀ ਉਹਨਾਂ ਨੇ, ਡ੍ਰੌਪਸ ਵਗੈਰਾ ਦਿੱਤੇ। ਫਿਰ ਪ੍ਰੈਸ਼ਰ ਨਹੀਂ ਠੀਕ ਹੋਇਆ, ਫਿਰ ਆਪਰੇਸ਼ਨ ਕਰਿਆ ਉਹਨਾਂ ਨੇ। ਫਿਰ ਉਸ ਤੋਂ ਬਾਅਦ ਵੀ ਨਹੀਂ ਠੀਕ ਹੋਇਆ।
ਮਨ 'ਚ ਡਰ ਨਹੀਂ ਲੱਗਾ ਜਦੋਂ ਆਪਰੇਸ਼ਨ ਹੋਣਾ ਸੀਗਾ ਇੱਕ ਵੀ ਮੈਂ ਆਪਰੇਸ਼ਨ ਹੋਣ ਜਾ ਰਿਹਾ? ਹਾਂਜੀ ਡਰ ਤੇ ਲੱਗਿਆ ਸੀ, ਪਰ ਇਹ ਵੀ ਸੀ ਕਿ ਠੀਕ ਵੀ ਹੋਣਾ ਵਾ। ਹਾਂਜੀ ਤੇ ਜਦੋਂ ਆਪਰੇਸ਼ਨ ਹੋ ਗਿਆ ਫਿਰ ਇੱਕ ਵਾਰ ਲੱਗਿਆ ਹੋਣਾ ਵੀ ਹੁਣ ਮੈਂ ਠੀਕ ਹੋ ਗਿਆ? ਹਾਂਜੀ, ਪਰ ਫਿਰ ਵੀ ਥੋੜ੍ਹੇ ਟਾਈਮ ਬਾਅਦ ਫਿਰ ਉਹੀ ਪ੍ਰੋਬਲਮ ਸੀ ਪ੍ਰੈਸ਼ਰ ਦੀ। ਫਿਰ ਆਈ ਸਾਈਡ ਫਿਰ ਹੋਰ ਵੀਕ ਹੁੰਦੀ ਗਈ, ਹੋਰ ਵੀਕ ਹੁੰਦੀ ਗਈ। ਮੈਡੀਸਨ ਪਾਉਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਹੈਗਾ ਸੀ। 12 ਨੰਬਰ ਬਹੁਤ ਹੁੰਦਾ, ਕੀ ਲੱਗਦਾ ਨਹੀਂ ਸੀ ਵੀ ਬਹੁਤ ਮੋਟੇ ਐਨਕ ਲਗਾਈ ਹੋਈ ਹੈ? ਤੇ ਕੁੜੀਆਂ ਨੂੰ ਤਾਂ ਖਾਸ ਕਰਕੇ ਹੁੰਦਾ ਵੀ ਮੈਂ ਸੁੰਦਰ ਦਿਖਾਂ, ਤੇ ਇੰਨੀ ਮੋਟੀ ਐਨਕ ਨਾਲ ਤਾਂ ਆਪਣੇ ਆਪ ਨੂੰ ਔਕਵਰਡ ਨਹੀਂ ਫੀਲ ਹੁੰਦਾ? ਹੁੰਦਾ ਸੀ, ਪਰ ਮਜਬੂਰੀ ਸੀ। ਸ਼ੌਂਕ ਤਾਂ ਹੈਗਾ ਨਹੀਂ ਕਿਸੇ ਦਾ ਵੀ ਐਨਕ ਲਾਉਣ ਨੂੰ, ਪਰ ਮਜਬੂਰੀ ਦੇ ਕਰਕੇ ਫਿਰ ਲਾਉਣੀ ਪੈਂਦੀ ਸੀ ਕਿਉਂਕਿ ਉਹਦਾ ਵਿਜ਼ਿਬਿਲਟੀ ਨਹੀਂ ਹੈਗੀ ਸੀ। ਹਾਂਜੀ। ਤੇ ਫਿਰ ਅੱਗੇ ਫਿਰ ਕੀ ਕੀਤਾ ਜਦੋਂ ਸਾਰੇ ਡਾਕਟਰਾਂ ਕੋਲੋਂ ਹਾਰ ਗਏ, ਕਿਸੇ ਪਾਸੋਂ ਤੁਹਾਨੂੰ ਰਾਹ ਨਹੀਂ ਲੱਭਿਆ, ਤੇ ਫਿਰ ਕੀ ਕੀਤਾ ਤੁਸੀਂ? ਫਿਰ ਬਸ ਇੱਦਾਂ ਹੀ ਕਿ ਇੱਕ ਦਿਨ ਇੱਦਾਂ YouTube ਤੋਂ ਸਾਨੂੰ ਪਤਾ ਲੱਗਿਆ ਇੱਧਰ ਨੈਚੁਰਲ ਬਿਜ਼ਨਸ ਸੈਂਟਰ ਦਾ। ਫਿਰ ਅਸੀਂ ਸਰ ਨੂੰ ਕਾਲ ਕੀਤੀ, ਫਿਰ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਇੱਥੇ ਆ ਜਾਓ। ਫਿਰ ਇੱਥੇ ਮੇਰਾ ਟਰੀਟਮੈਂਟ ਸਟਾਰਟ ਹੋਇਆ। ਜਦੋਂ ਮੈਨੂੰ ਮੈਡੀਸਿਨ ਪਾਈ ਮੈਨੂੰ ਉਹਦੇ ਦਿਨ ਹੀ ਫਰਕ ਪੈਣਾ ਸਟਾਰਟ ਹੋ ਗਿਆ ਸੀ। ਜਦੋਂ ਪਹਿਲੇ ਦਿਨ ਆਏ ਤੁਸੀਂ, ਪਹਿਲੇ ਦਿਨ ਕੀ ਟਰੀਟਮੈਂਟ ਹੋਇਆ ਤੇ ਕਿੱਦਾਂ ਫਰਕ ਲੱਗਿਆ ਤੁਹਾਨੂੰ? ਪਹਿਲੇ ਦਿਨ ਮੇਰਾ ਸਿਰਫ ਇੱਥੇ ਚੈੱਕਅਪ ਹੋਇਆ, ਫਿਰ ਜਿਹੜੇ ਇਹਨਾਂ ਦੀ ਦਵਾਈ ਮੇਰੇ ਅੱਖਾਂ 'ਚ ਪਾਈ ਉਹ ਤੋਂ ਬਾਅਦ ਮੇਰਾ ਫਿਰ ਚੈੱਕਅਪ ਹੋਇਆ ਤੇ ਫਿਰ ਮੈਨੂੰ ਦਿਖਣ ਲੱਗ ਗਿਆ ਸੀ। ਪਹਿਲੇ ਦਿਨ ਹਾਂਜੀ। ਮਤਲਬ ਕਿੰਨਾ ਕੁ ਲੱਗ ਰਿਹਾ ਸੀ ਤੁਹਾਨੂੰ ਵੀ ਕਿੰਨਾ ਕੁ ਦਿਖਣ ਲੱਗ ਗਿਆ? ਪਹਿਲੇ ਦੇ ਐਨਕਾਂ ਨਾਲ ਪੜ੍ਹਿਆ ਨਹੀਂ ਜਾਂਦਾ, ਆਈ ਡ੍ਰੌਪਸ ਮੇਰੇ ਪੈ ਗਏ, ਫਿਰ ਮੈਨੂੰ ਦਿਖਣ ਲੱਗ ਗਿਆ, ਪੜ੍ਹਨ ਲੱਗ ਗਈ ਸੀ ਉਸੇ ਦਿਨ ਉਸੇ ਟਾਈਮ? ਹਾਂਜੀ। ਤੇ ਫਿਰ ਤੁਹਾਨੂੰ ਯਕੀਨ ਹੋ ਗਿਆ ਵੀ ਹੁਣ ਮੈਨੂੰ ਫਰਕ ਪੈ ਸਕਦਾ? ਹਾਂਜੀ, ਫਿਰ ਯਕੀਨ ਹੋ ਗਿਆ ਮੈਨੂੰ ਫਰਕ ਪੈ ਸਕਦਾ, ਤੇ ਹੁਣ ਕਾਫੀ ਫਰਕ ਅੱਗੇ ਨਾਲੋਂ। ਤੇ ਦਿਨ ਬ ਦਿਨ ਜਿਹੜਾ ਉਹ ਤੁਸੀਂ ਕਿੱਦਾਂ ਤੁਸੀਂ ਮਹਿਸੂਸ ਕੀਤਾ, ਤੇ ਕਿੱਦਾਂ ਤੁਹਾਡੀ ਨਿਗਾਹ ਦਾ ਜਿਹੜਾ ਫਰਕ ਪੈਂਦਾ ਚਲਾ ਗਿਆ? ਮੈਨੂੰ ਸਰ ਨੇ ਮੈਡੀਸਨ ਦਿੱਤੀ, ਐਕਸਰਸਾਈਜ਼ ਦੱਸੀਆਂ ਤੇ ਡਾਈਟ ਦਾ ਦੱਸਿਆ। ਫੋਨ ਵਗੈਰਾ ਬੰਦ ਕਰਤਾ ਸੀ ਚਲਾਉਣਾ, ਟੀਵੀ ਦੇਖਣਾ ਸਾਰਾ ਕੁਝ ਬੰਦ ਸੀ। ਫਿਰ ਉਹਦੇ ਕਰਕੇ ਮੇਰੀ ਵਿਜ਼ਿਬਿਲਿਟੀ 15 ਡੇਜ਼ ਕਾਫੀ ਵੱਧ ਗਈ ਸੀ। ਫਿਰ ਉਸ ਤੋਂ ਬਾਅਦ ਜਦੋਂ 1 ਮੰਥ ਬਾਅਦ ਆਈ, ਫਿਰ ਉਸ ਤੋਂ ਬਾਅਦ ਹੋਰ ਇੰਪਰੂਵਮੈਂਟ ਹੋ ਗਈ, ਉਹਨੂੰ ਹੋਰ ਹੋਈ ਜਾਂਦੀ ਹੈ, ਦਿਨ ਤੋਂ ਦਿਨ ਵਧੀ ਜਾ ਰਹੀ ਹੈ ਨਿਗਾਹ। ਤੇ ਦਵਾਈ ਜਿਹੜੀ ਹੈ ਰੈਗੂਲਰ ਪਾਣੀ ਸੀ, ਐਕਸਰਸਾਈਜ਼ ਰੈਗੂਲਰ ਕਰਨੀ ਸੀ, ਤੇ ਡਾਈਟ ਦਾ ਵੀ ਕਿ ਥੋੜਾ ਜਿਆਦਾ ਡਿਟੇਲ ਦੱਸੋਗੇ ਵੀ ਕਿੱਦਾਂ ਸੀ ਦਿਨਚਰਿਆ, ਕਿਹੜੀ ਐਕਸਰਸਾਈਜ਼ ਕਰਨੀ ਹੁੰਦੀ, ਕਿਹੜੀ ਡਾਈਟ ਦੇ ਵਿੱਚ ਫਰਕ ਪਿਆ, ਤਾਂ ਕਿ ਦੇਖਣ ਵਾਲਿਆਂ ਨੂੰ ਪਤਾ ਲੱਗੇ, ਤੁਹਾਡੇ ਤੋਂ ਪ੍ਰੇਰਨਾ ਲੈ ਸਕਣ? ਹਾਂਜੀ, ਡਾਈਟ ਦੇ ਵਿੱਚ ਜਿਵੇਂ ਦੁੱਧ ਦਹੀਂ ਜ਼ਰੂਰੀ ਆ, ਗਾਜਰਾਂ ਦਾ ਜੂਸ, ਪਾਲਕ ਦਾ, ਔਲਿਆਂ ਦਾ ਜੂਸ, ਤੇ ਐਕਸਰਸਾਈਜ਼ ਜਿਵੇਂ ਆਈਸ ਨੂੰ ਰੋਟੇਟ ਕਰਨਾ, ਵੇਨਸ ਨੂੰ ਦਬਾਉਣਾ, ਹੱਥ ਦੀਆਂ ਨੂੰ ਤੇ ਅੱਖਾਂ ਦੀਆਂ ਨੂੰ, ਸਾਹ ਉੱਪਰ ਕਰਨਾ ਥੱਲੇ ਕਰਨਾ, ਇਹ ਵਾਲੇ ਐਕਸਰਸਾਈਜ਼ ਜਿਹੜੇ ਮੈਂ ਡੇਲੀ ਰੂਟੀਨ 'ਚ ਕਰਦੀ ਹਾਂ। ਕਿੰਨੀ ਵਾਰ ਕਰਦੇ ਹੋ? ਡਿਪੈਂਡ ਆਪਣੇ ਤੇ, ਜਿੰਨਾ ਟਾਈਮ ਕਰੋਗੇ ਜ਼ਿਆਦਾ ਬੈਨੀਫਿਟ ਆ। ਚਾਹੇ 1 ਵਾਰ ਕਰ ਲਓ, ਚਾਹੇ 2 ਵਾਰ, ਉਹ ਤੁਹਾਡੀ ਮਰਜ਼ੀ ਆ। ਹਾਂਜੀ। ਤੇ ਫਿਰ ਪਹਿਲੀ ਵਾਰ ਐਨਕ ਦਾ ਨੰਬਰ ਦਵਾਈ ਪਾਉਣ ਤੋਂ ਪਹਿਲੇ ਦਿਨ ਤੋਂ ਬਾਅਦ ਪਹਿਲੀ ਵਾਰ ਐਨਕ ਦਾ ਨੰਬਰ ਜਿਹੜਾ ਉਹ ਕਦੋਂ ਚੇਂਜ ਹੋਇਆ? ਘਟਿਆ? ਪਹਿਲੀ ਵਾਰੀ 15 ਡੇਜ਼ ਅੱਧਾ ਨੰਬਰ ਦਾ ਫਰਕ ਪੈ ਗਿਆ ਹੈ। 15 ਦਿਨ ਬਾਅਦ ਅੱਧੇ ਨੰਬਰ ਦਾ ਫਰਕ ਹੋਇਆ? ਹਾਂਜੀ। ਤੇ ਫਿਰ ਐਨਕ ਚੇਂਜ ਕਰਵਾਈ ਗਈ ਸ਼ੀਸ਼ੇ? ਹਾਂਜੀ। ਅੱਛਾ। ਤੇ ਫਿਰ ਅਗਲਾ ਨੰਬਰ ਇਹ ਥੋੜਾ ਰੁਟੀਨ ਦੱਸੋ ਵੀ ਕਿੰਨੀ ਦੇਰ ਬਾਅਦ ਤੁਹਾਡੇ ਨੰਬਰ ਚੇਂਜ ਹੁੰਦੇ ਚਲੇ? ਰੈਗੂਲਰਲੀ ਜਿਵੇਂ 15 ਡੇਜ਼ ਕਰਕੇ ਮੇਰੇ ਨੰਬਰ ਚੇਂਜ ਹੁੰਦੇ ਗਏ। ਅੱਧਾ ਨੰਬਰ ਜਿਹੜਾ ਹਰ 15 ਦਿਨ ਬਾਅਦ ਘਟਦਾ ਚਲਾ? ਹਾਂਜੀ, ਜਦੋਂ ਅਸੀਂ ਮੈਡੀਸਿਨ ਪਾਉਣੀ ਸਟਾਰਟ ਕਰ ਦਿੰਦੇ ਫਿਰ ਹਰ ਰੋਜ਼ ਨਿਗਾਹ ਸਾਡੀ ਵੱਧਦੀ ਜਾਂਦੀ ਹੈ। ਹਾਂਜੀ, ਹੁਣ ਕਾਫੀ ਫਰਕ ਆ ਅੱਗੇ ਨਾਲੋਂ। ਕਿੰਨਾ ਕਹਿ ਸਕਦੇ ਹੋ ਵੀ ਹੁਣ ਪਹਿਲਾਂ ਨਾਲੋਂ ਕਿੰਨਾ ਫਰਕ ਨਜ਼ਰ ਆ ਰਿਹਾ? ਪਹਿਲਾਂ ਤਾਂ ਬਿਲਕੁਲ ਨਹੀਂ ਸੀ, ਹੁਣ ਤਾਂ ਕਾਫੀ 70-80% ਫਰਕ ਹੈਗਾ ਵਾ। 70-80% ਫਰਕ ਲੱਗ ਰਿਹਾ? ਹਾਂਜੀ। ਤੇ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ ਜਦੋਂ ਤੁਹਾਡੇ ਨਿਗਾਹ ਦੇ ਵਿੱਚ ਲੈ ਕੇ ਤੁਹਾਨੂੰ ਸਮੱਸਿਆ ਆਉਂਦੀ ਸੀ? ਕਿੰਨੇ ਭੈਣ ਭਰਾ ਹੋ ਤੇ ਕਿੱਦਾਂ ਮਾਂ-ਬਾਪ ਨੇ ਕਿਸ ਤਰ੍ਹਾਂ ਹੈਂਡਲ ਕੀਤਾ ਤੁਹਾਨੂੰ? ਮੇਰਾ ਇੱਕ ਬ੍ਰਦਰ ਆ, ਉਹ USA ਆ। ਮਾਂ ਪਿਓ ਵੱਲੋਂ ਪੂਰੀ ਸਪੋਰਟ ਆ ਕਿ ਇੱਦਾਂ ਦਾ ਕਦੀ ਫੀਲ ਨਹੀਂ ਹੋਣ ਦਿੱਤਾ ਕਿ ਮੇਰਾ ਇਹ ਸਾਈਡ ਵੀਕ ਆ। ਹਮੇਸ਼ਾ ਮੇਰੇ ਨਾਲ ਹੀ ਖੜੇ ਆ ਤੇ ਹੁਣ ਵੀ ਨਾਲ ਹੀ ਖੜੇ ਆ। ਹਾਂਜੀ। ਤੇ ਫਿਰ ਕੀ ਕਹਿਣਾ ਚਾਹੋਗੇ ਜਦੋਂ ਤੁਹਾਨੂੰ ਇਸ ਤਰ੍ਹਾਂ ਦੀ ਨਿਗਾਹ 'ਚ ਤੁਹਾਡੇ ਫਰਕ ਆਇਆ, ਤੇ ਤੁਹਾਨੂੰ ਹੁਣ ਯਕੀਨ ਹੈ ਕਿ ਵੀ ਕਿੰਨੀ ਕੁ ਦੇਰ ਦੇ ਵਿੱਚ ਤੁਹਾਡਾ ਹੁਣ ਅੱਗੇ, ਕਿਉਂਕਿ ਇੱਕ ਅੰਦਰ ਕੌਨਫੀਡੈਂਸ ਆ ਜਾਂਦਾ ਬੰਦੇ ਦੇ ਅੰਦਰ, ਕਿੰਨੀ ਕੁ ਦੇਰ ਤੁਹਾਨੂੰ ਲੱਗਦਾ ਵੀ ਕਿੰਨੀ ਕੁ ਦੇਰ 'ਚ ਮੈਂ ਰਿਕਵਰ ਕਰ ਜਾਵਾਂਗੀ? ਆਈ ਥਿੰਕ 6 ਮੰਥ ਵਿੱਚ ਪੂਰਾ ਰਿਕਵਰ ਹੋ ਜਾਊਗਾ। ਹਜੇ ਮੈਨੂੰ 6 ਮੰਥ ਹੀ ਹੋਏ ਆ। 6 ਮਹੀਨੇ 'ਚ ਤੁਹਾਨੂੰ ਲੱਗਦਾ ਹੈ ਕਿ ਪੂਰਾ ਰਿਕਵਰ ਹੋ ਗਿਆ? ਹਾਂਜੀ। ਤੇ ਕਾਲਾ ਮੋਤੀਆ ਦਾ ਡਾਕਟਰ ਸਾਹਿਬ ਕਹਿੰਦੇ ਸੀਗੇ ਵੀ ਸਾਰੇ ਡਾਕਟਰ ਕਹਿ ਰਹੇ ਸੀ ਤੁਹਾਨੂੰ ਵੀ ਠੀਕ ਹੀ ਨਹੀਂ ਹੋ ਸਕਦਾ? ਹਾਂਜੀ, ਕਾਲਾ ਮੋਤੀਆ ਦਾ ਕੋਈ ਇਲਾਜ ਨਹੀਂ, ਪਰ ਇੱਥੇ ਆ ਕੇ ਹੈਗਾ ਵਾ, ਨੈਚੁਰਲ ਬਿਜ਼ਨਸ ਸੈਂਟਰ ਦੇ ਵਿੱਚ ਇਲਾਜ ਹੈਗਾ ਵਾ। ਤੇ ਕੀ ਲੱਗ ਰਿਹਾ ਕਿ ਤੁਹਾਨੂੰ ਜਿਹੜੀਆਂ ਦਵਾਈਆਂ ਪਾਈਆਂ ਗਈ ਸੀ ਉਹ ਉਹੀ ਦਵਾਈਆਂ ਸੀ ਕਿ ਕੁਝ ਫਰਕ ਸੀਗਾ ਪਹਿਲਾਂ ਨਾਲੋਂ? ਜਿਹੜੇ ਡਾਕਟਰਾਂ ਨੇ ਦੱਸੀਆਂ ਮੈਂ ਉਹ ਵੀ ਪਾਉਂਦੀ, ਜਿਹੜੇ ਇੱਥੋਂ ਮਿਲਦੀਆਂ ਉਹ ਵੀ ਮੈਂ ਪਾਉਂਦੀ ਹਾਂ। ਮੈਨੂੰ ਫਰਕ ਹੈ ਉਹਨਾਂ ਦੋਨਾਂ ਨਾਲ ਹੀ ਹੁਣ। ਇਹ ਤਾਂ ਹੋ ਗਿਆ ਜਦੋਂ ਤੁਸੀਂ ਇਹਨਾਂ ਕੋਲ ਇਲਾਜ ਕਰਾਇਆ। ਉਸ ਤੋਂ ਬਾਅਦ ਕੀ ਤੁਸੀਂ ਜਿਹੜੇ ਪਹਿਲਾਂ ਇਲਾਜ ਕਰਵਾ ਰਹੇ ਸੀਗੇ ਉਹਨਾਂ ਡਾਕਟਰਸ ਨੂੰ ਤੁਸੀਂ ਚੈੱਕ ਕਰਵਾਇਆ ਜਾ ਕੇ ਬਾਅਦ ਵਿੱਚ ਵੀ ਮੇਰੀ ਨਿਗਾਹ ਹੁਣ ਤੁਸੀਂ ਦੇਖੋ ਜਾਂ ਕਿਸ ਤਰ੍ਹਾਂ ਕੋਈ ਫਰਕ ਲੱਗ ਰਿਹਾ, ਕਿਉਂਕਿ ਦਵਾਈ ਤੁਸੀਂ ਦੂਜੀ ਵੀ ਪਾ ਰਹੇ ਹੋ? ਹਾਂਜੀ, ਉਹ ਕਹਿੰਦੇ ਸੀ ਇੰਪਰੂਵਮੈਂਟ ਹੋ ਰਿਹਾ ਵਾ।
ਇੰਪਰੂਵਮੈਂਟ ਤੁਹਾਨੂੰ ਪੁੱਛਿਆ ਨਹੀਂ ਵੀ ਕੀ ਨਾਲ ਕੀ ਕੀਤਾ ਜਾਂ ਕਿਸ ਤਰ੍ਹਾਂ? ਹਾਂਜੀ ਮੈਂ ਦੱਸਿਆ ਸੀ ਸਰ ਕਿ ਮੈਂ ਇੱਦਾਂ ਮੈਡੀਸਨ ਲੈਣੀ ਆ, ਉਹ ਕਹਿੰਦੇ ਠੀਕ ਹੈ। ਤੇ ਉਹਨਾਂ ਨੂੰ ਹੈਰਾਨੀ ਨਹੀਂ ਹੋਈ ਵੀ ਕਾਲਾ ਮੋਤੀਆ ਤਾਂ ਠੀਕ ਹੀ ਨਹੀਂ ਹੋ ਸਕਦਾ? ਬਟ ਡਾਕਟਰ ਕਿਹੜਾ ਮੰਨਦੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਇਲਾਜ ਨਹੀਂ ਹੋ ਸਕਦਾ। ਡਾਕਟਰ ਸਾਰੇ ਇਹੀ ਕਹਿੰਦੇ ਕਿ ਇਹਦਾ ਟ੍ਰੀਟਮੈਂਟ ਨਹੀਂ ਹੈਗਾ, ਪਰ ਹੈਗਾ ਵਾ। ਹੈਗਾ। ਹੁਣ ਤੁਹਾਡੇ ਕੌਨਫੀਡੈਂਸ ਤੋਂ ਲੱਗ ਰਿਹਾ ਕਿ ਇਹ ਪੂਰਾ ਟ੍ਰੀਟਮੈਂਟ ਹੋ ਸਕਦਾ ਹੈ। ਹਾਂਜੀ। ਹੁਣ ਤੁਸੀਂ BSc ਕੀਤੀ ਹੋਈ ਹੈ, ਨਰਸਿੰਗ ਅੱਗੇ ਕਰਨੀ ਹੈਗੀ ਹੈ, ਤੇ ਮੈਨੂੰ ਲੱਗਦਾ ਕਿ ਤੁਹਾਡੇ ਸਰਕਲ ਦੇ ਵਿੱਚ ਪੇਸ਼ੈਂਟ ਵੀ ਬਹੁਤ ਆਉਣਗੇ, ਕੀ ਕਹੋਗੇ ਉਹਨਾਂ ਨੂੰ? ਮੈਂ ਇਹੀ ਕਹੂੰਗੀ ਕਿ ਇੱਥੇ ਨੈਚੁਰਲ ਵੇ ਸੈਂਟਰ ਆ ਕੇ ਆਪਣਾ ਇਲਾਜ ਕਰਾਉਣ। ਇੱਥੇ ਇਲਾਜ ਹੈਗਾ ਵਾ ਕਿ ਹਰ ਬੰਦਾ ਠੀਕ ਹੋ ਕੇ ਜਾ ਸਕਦਾ ਇੱਥੋਂ, ਕਿਸੇ ਦੀ ਉਮੀਦ ਨਹੀਂ ਟੁੱਟੂਗੀ ਇੱਥੋਂ ਆ ਕੇ। ਤੇ ਕੀ ਲੱਗਦਾ ਕਿ ਅੱਗੇ ਤੁਸੀਂ ਨਰਸਿੰਗ ਕਰਨੀ ਹੈ ਜਾਂ ਫਿਰ ਇੱਕ ਸ਼ੌਕੀਆ ਤੌਰ ਤੇ ਆਪਣੇ ਵਾਸਤੇ ਹੀ ਤੁਸੀਂ ਸਿੱਖਿਆ ਸਾਰਾ? ਦੇਖੋ ਡਿਪੈਂਡ ਕਰਦਾ, ਮੈਂ ਡਾਕਟਰੀ ਕਰਨਾ ਚਾਹੁੰਦੀ ਹਾਂ, MBBS। ਹਾਂਜੀ। ਤੇ ਫਿਰ ਡਾਕਟਰੀ ਵੀ ਕਿਹੜੀ ਲਾਈਨ 'ਚ ਜਾਣਾ ਚਾਹੋਗੇ? ਆਈਸ ਵਾਲੇ ਵਿੱਚ ਹੀ, ਆਈ ਸਪੈਸ਼ਲਿਸਟ। ਵੈਰੀ ਗੁੱਡ। ਤੇ ਜਿਹੜੇ ਹੁਣ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ ਤੁਹਾਨੂੰ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜਿਹੜੀ ਸਮੱਸਿਆ ਤੁਹਾਨੂੰ ਆਈ ਹੈ, ਤੇ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਜਿਹੜੇ ਨੇ ਇੱਦਾਂ ਦੇ ਨੇ ਕਿ ਜਿਹੜੇ ਕਾਲੇ ਮੋਤੀਏ ਤੇ ਮੋਤੀਏ ਦੇ ਸਮੱਸਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਨੇ, ਸਾਰੇ ਪਾਸੇ ਜਾ ਆਏ ਨੇ, ਤੁਹਾਡੇ ਵਾਂਗੂ ਹਾਰ ਚੁੱਕੇ ਨੇ, ਕੀ ਕਹੋਗੇ? ਮੈਂ ਇਹੀ ਕਹੂੰਗੀ ਕਿ ਨੈਚੁਰਲ ਵਿਜੇ ਸੈਂਟਰ ਆ ਕੇ ਆਪਣਾ ਟ੍ਰੀਟਮੈਂਟ ਕਰਵਾਉਣ। ਇੱਥੇ ਹਰ ਇੱਕ ਟ੍ਰੀਟਮੈਂਟ, ਹਰ ਇੱਕ ਪ੍ਰੋਬਲਮ ਦਾ ਇਲਾਜ ਹੈਗਾ, ਇੱਥੋਂ ਠੀਕ ਹੋ ਸਕਦੇ ਆ। ਸੋ ਬਹੁਤ ਧੰਨਵਾਦ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਨੂੰ, ਸਾਡੇ ਦਰਸ਼ਕਾਂ ਨੂੰ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਹੈ, ਹੌਸਲਾ ਦਿੱਤਾ ਉਹਨਾਂ ਨੂੰ ਕਿ ਜਿਹੜੇ ਹਾਰ ਚੁੱਕੇ ਸੀਗੇ ਕਿ ਸਾਡਾ ਇਲਾਜ ਨਹੀਂ ਹੋ ਸਕਦਾ, ਅੱਖਾਂ ਸਾਡੀਆਂ ਗਈਆਂ, ਹੁਣ ਸਾਡਾ ਇੱਥੇ ਜਹਾਨ 'ਤੇ ਆਉਣਾ ਵਿਅਰਥ ਚਲਾ ਗਿਆ, ਲੇਕਿਨ ਤੁਸੀਂ ਇੱਕ ਉਹਨਾਂ ਦੀ ਆਸ ਦੀ ਕਿਰਨ ਜਿਹੜੀ ਉਹਨਾਂ ਨੂੰ ਨਜ਼ਰ ਆਏ ਹੋ ਕਿ ਤੁਸੀਂ ਠੀਕ ਹੋ ਸਕਦੇ ਹੋ ਤਾਂ ਉਹ ਵੀ ਠੀਕ ਸਕਦੇ ਹੋ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਸੋ ਜਿਸ ਤਰ੍ਹਾਂ ਕਿ ਹਰਮਨਦੀਪ ਕੌਰ ਪੇਸ਼ੈਂਟ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਲਾ ਮੋਤੀਆ ਉਤਰ ਆਏ ਸੀ, ਕਿਸ ਤਰ੍ਹਾਂ ਉਹਨਾਂ ਨੂੰ ਲੰਮਾ ਸਮਾਂ ਜਿਹੜਾ ਉਹ ਅੱਖਾਂ ਦੀ ਸਮੱਸਿਆ ਦੇ ਨਾਲ 2-4 ਹੋਣਾ ਪਿਆ। ਡਾਕਟਰਾਂ ਨੇ ਆਪਰੇਸ਼ਨ ਵੀ ਕੀਤਾ ਪਰ ਉਹ ਆਪਰੇਸ਼ਨ ਕਾਮਯਾਬ ਨਹੀਂ ਹੋਇਆ। ਉਹਨਾਂ ਦੀਆਂ ਅੱਖਾਂ ਦਾ ਪ੍ਰੈਸ਼ਰ ਲਗਾਤਾਰ ਉਸੇ ਤਰ੍ਹਾਂ ਵੱਧਦਾ ਰਿਹਾ। 12 ਤੱਕ ਨਿਗਾਹ ਜਿਹੜੀ ਉਹਨਾਂ ਦੀ ਪਹੁੰਚ ਗਈ ਸੀ, 12 ਪੁਆਇੰਟ ਤੱਕ। ਉਹ ਕਿਉਂ ਹੋਇਆ ਇਹ ਸਾਰੀ ਸਮੱਸਿਆ, ਅਤੇ ਕਿਹੜੀਆਂ ਦਵਾਈਆਂ ਦੇ ਨਾਲ ਇਲਾਜ ਕੀਤਾ ਗਿਆ ਉਹਨਾਂ ਦਾ, ਅਤੇ ਜਦੋਂ ਪਹਿਲਾਂ ਆਏ ਸੀ ਕੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਠੀਕ ਹੋ ਪਾਉਣਗੇ? ਇਸ ਸੰਬੰਧੀ ਅੱਜ ਆਪਾਂ ਉਸੇ ਹੀ ਮਰੀਜ਼ ਹਰਮਨਦੀਪ ਕੌਰ ਦਾ ਇਲਾਜ ਕਰਨ ਵਾਲੇ ਡਾਕਟਰ ਵਿਕਰਮ ਅਤੇ ਡਾਕਟਰ ਦੀਕਸ਼ਿਤ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਜਿਹੜੀ ਹੈ ਉਹ ਜਿਸ ਵੇਲੇ ਉਹ ਹਰਮਨਦੀਪ ਕੌਰ ਮਰੀਜ਼ ਜਿਹੜੇ ਸੀ ਇਹਨਾਂ ਕੋਲ ਆਏ ਸੀ ਤਾਂ ਉਦੋਂ ਕਿਸ ਹਾਲਤ ਦੇ ਵਿੱਚ ਸੀ, ਅਤੇ ਅੱਜ ਉਹਨਾਂ ਨੂੰ ਜਿਹੜੀ ਉਮੀਦ ਜਾਗੀ ਆ ਉਹਦੇ ਪਿੱਛੇ ਦੇ ਕਾਰਨ ਕੀ ਰਹੇ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਵਿਕਰਮ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ, ਕਾਲੇ ਮੋਤੀਏ ਦਾ ਸ਼ਿਕਾਰ ਹੋ ਕੇ ਤੁਹਾਡੇ ਕੋਲੇ ਹਰਮਨਦੀਪ ਕੌਰ ਆਏ ਸੀਗੇ। ਪਹਿਲਾਂ ਤਾਂ ਇਹ ਥੋੜ੍ਹਾ ਦੱਸੋ ਕਿ ਕਾਲਾ ਮੋਤੀਆ ਜਿਹੜਾ ਉਹ ਹੁੰਦਾ ਕੀ ਹੈ, ਤਾਂ ਕਿ ਆਪਾਂ ਦਰਸ਼ਕਾਂ ਨੂੰ ਇਹ ਦੱਸ ਸਕੀਏ ਕਿ ਉਹ ਜਿਹੜੀ ਬਿਮਾਰੀ ਆਈ ਸੀ ਉਹ ਹੈ ਕੀ ਸੀ ਅਸਲ 'ਚ? ਅੱਖ ਕੁਦਰਤ ਦਾ ਇੱਕ ਇਨਸਾਨ ਨੂੰ ਬਹੁਤ ਵਡਮੁੱਲਾ ਤੋਹਫਾ ਹੈ। ਅੱਖ ਸਾਡੇ ਸਰੀਰ ਦਾ ਸਭ ਤੋਂ ਕੋਮਲ ਅੰਗ ਹੈ। ਇਸ ਦੀ ਸਾਂਭ ਸੰਭਾਲ ਸਾਨੂੰ ਖੁਦ ਕਰਨੀ ਚਾਹੀਦੀ ਹੈ। ਸਿਆਣਿਆਂ ਨੇ ਕਿਹਾ, ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ। ਸੋ ਸਾਡੀ ਜੋ ਅੱਖ ਦਾ ਨਾਰਮਲ ਪ੍ਰੈਸ਼ਰ ਹੈ ਉਹ 18 ਤੋਂ 22 mm ਆਫ ਮਰਕਰੀ ਹੁੰਦਾ ਹੈ। ਅਗਰ ਕਿਸੇ ਕਾਰਨ ਵਸ ਉਹ ਪ੍ਰੈਸ਼ਰ ਅੱਖਾਂ ਦਾ ਵੱਧ ਜਾਏ ਤਾਂ ਉਸ ਨਾਲ ਜੋ ਸਾਡੀ ਆਪਟਿਕ ਨਰਵ ਅੱਖ ਤੋਂ ਦਿਮਾਗ ਨੂੰ ਜਾਂਦੀ ਹੈ, ਜੋ ਸਾਨੂੰ ਇਸ ਦਿਮਾਗ ਨੂੰ ਸੰਦੇਸ਼ ਦਿੰਦੀ ਹੈ ਕਿ ਅਸੀਂ ਕੀ ਦੇਖ ਰਹੇ ਹਾਂ ਅਤੇ ਸਾਨੂੰ ਕੀ ਅੱਗੇ ਦਿਸ ਰਿਹਾ, ਉਹ ਫਿਰ ਅਸੀਂ ਦੇਖਦੇ ਹਾਂ। ਅਗਰ ਅੱਖ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਤਾਂ ਉਸ ਦੇ ਨਾਲ ਪ੍ਰੈਸ਼ਰ ਵਧਣ ਦੇ ਨਾਲ ਸਾਡੀ ਅੱਖ ਦੀ ਜੋ ਆਪਟਿਕ ਨਰਵ ਹੈ ਉਸ ਦਾ ਲਾਸ ਹੋ ਜਾਂਦਾ। ਉਸ ਲਾਸ ਹੋਣ ਦੇ ਨਾਲ ਜੋ ਸਾਡੀ ਨਿਗਾਹ ਖਰਾਬ ਹੁੰਦੀ ਹੈ, ਜੋ ਨਿਗਾਹ ਖਤਮ ਹੋ ਜਾਂਦੀ ਹੈ, ਉਸ ਨੂੰ ਕਾਲਾ ਮੋਤੀਆ ਕਿਹਾ ਜਾਂਦਾ ਹੈ। ਤੇ ਕਾਲਾ ਮੋਤੀਆ ਹੋਣ ਦੇ ਡਾਕਟਰ ਸਾਹਿਬ ਕਾਰਨ ਕੀ ਰਹਿੰਦੇ ਨੇ? ਕਾਲਾ ਮੋਤੀਆ ਹੋਣ ਦੇ ਕਾਰਨ ਕਿਸੇ ਪੇਸ਼ੈਂਟ ਨੂੰ ਕਾਰਡੀਓਵੈਸਕੂਲਰ ਦੀ ਪ੍ਰੋਬਲਮ ਹੋਵੇ, ਜਿਵੇਂ ਹਾਰਟ ਦੀ, ਦਿਲ ਦੀਆਂ, ਉਸ ਦੇ ਨਾਲ ਜੇ ਹਾਰਟ ਦੀ ਪ੍ਰੋਬਲਮ ਹੋਵੇ, ਉਸ ਦੇ ਨਾਲ ਸਾਡੇ ਜੋ ਬਲੱਡ ਦਾ ਫਲੋ ਹੈ ਪੂਰਾ ਆਪਟਿਕ ਨਰਵ ਨੂੰ ਨਹੀਂ ਪਹੁੰਚਦਾ। ਉਸ ਦੇ ਨਾਲ ਵੀ ਪ੍ਰੈਸ਼ਰ ਤਾਂ ਜ਼ਰੂਰ ਨਾਰਮਲ ਰਹੇਗਾ, ਪਰ ਉਸ ਅੱਖ ਦੇ ਆਪਟਿਕ ਨਰਵ ਨੂੰ ਜੋ ਖੂਨ ਦਾ ਫਲੋ ਪੂਰਾ ਨਾ ਪਹੁੰਚਣ ਦੇ ਕਾਰਨ ਉਹ ਗਲੂਕੋਮਾ ਦਾ ਉਹ ਵੀ ਇੱਕ ਕਾਰਨ ਹੈ। ਉਸ ਤੋਂ ਬਾਅਦ ਜਿਵੇਂ ਕੋਈ ਜ਼ਿਆਦਾ ਦੇਰ ਤੱਕ ਅੱਖਾਂ ਦੇ ਵਿੱਚ ਸਟੀਰੋਇਡ ਆਈ ਡ੍ਰੌਪਸ ਪਾਵੇ ਜਾਂ ਸਟੀਰੋਇਡ ਦੇ ਕਿਸੇ ਨੂੰ ਇੰਜੈਕਸ਼ਨ ਲੱਗਦੇ ਹੋਣ, ਉਹਨਾਂ ਨਾਲ ਵੀ ਕਾਲਾ ਮੋਤੀਆ ਬਹੁਤ ਜਲਦੀ ਆਉਂਦਾ ਹੈ ਅਤੇ ਇਹ ਹੈਰੀਡਿਟਰੀ ਪ੍ਰੋਬਲਮ ਵੀ ਹੋ ਸਕਦੀ ਹੈ। ਯਾਨੀ ਕਿ ਪਿੱਛੋਂ ਜਿਹੜੇ ਕੀ ਕਹਿੰਦੇ ਜੀਨਸ ਜਿਹੜੇ ਨੇ ਮਾਤਾ ਪਿਤਾ ਤੋਂ ਵੀ ਆ ਜਾਂਦੇ ਨੇ? ਬਿਲਕੁਲ ਜੀ। ਜੇ ਕਿਸੇ ਦੇ ਮਾਂ ਪਿਓ ਨੂੰ
ਜਾਂ ਨਾਨਕੇ ਦਾਦਕੇ ਦੇ ਵਿੱਚ ਕਿਸੇ ਨੂੰ ਗਲੂਕੋਮਾ ਦੀ ਪ੍ਰੋਬਲਮ ਹੋਵੇ, ਉਹ ਅੱਗੇ ਬੱਚਿਆਂ ਵਿੱਚ ਵੀ ਆ ਸਕਦੀ ਹੈ। ਤੇ ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਅੱਜ ਮਹਾਮਾਰੀ ਦੇ ਵਿੱਚੋਂ ਆਪਾਂ ਸਾਰੇ ਲੰਘ ਰਹੇ ਹਾਂ, ਕਿ ਮਹਾਮਾਰੀ ਦੇ ਦੌਰਾਨ ਜਿਹੜੀ ਸੈਚੂਰੇਸ਼ਨ ਯਾਨੀ ਕਿ ਜਿਹੜੀ ਆਕਸੀਜਨ ਦਾ ਲੈਵਲ ਜਿਹੜਾ ਘਟਦਾ ਹੈਗਾ, ਦਿਮਾਗ ਨੂੰ ਆਕਸੀਜਨ ਨਹੀਂ ਜਾਂਦੀ, ਕਿ ਉਹਦੇ ਕਾਰਨ ਵੀ ਜਿਹੜਾ ਹੈ ਇਹਦੇ ਨਾਲ ਅੱਖਾਂ ਦੇ ਵਿੱਚ ਜਿਹੜਾ ਕਾਲਾ ਮੋਤੀਆ ਜਾਂ ਹੋਰ ਪ੍ਰੋਬਲਮ ਆਉਂਦੀਆਂ ਨੇ? ਨਹੀਂ, ਉਹਦੇ ਨਾਲ ਤਾਂ ਜੇ ਕੋਈ ਐਵੀਡੈਂਸ ਸਾਹਮਣੇ ਨਹੀਂ ਆਇਆ, ਬਟ ਇਹਦੇ ਇਹੀ ਕਾਰਨ ਨੇ ਜੋ ਤੁਹਾਨੂੰ ਦੱਸਿਆ। ਤੇ ਸਾਨੂੰ ਆਪਣਾ ਬਲੱਡ ਪ੍ਰੈਸ਼ਰ ਜੋ ਉਹਨੂੰ ਕੰਟਰੋਲ ਰੱਖਣਾ ਚਾਹੀਦਾ ਹੈ। ਸ਼ੂਗਰ ਵੀ ਇਸ ਦਾ ਮੇਨ ਕਾਰਨ ਆ। ਤੇ ਇਹਨਾਂ ਚੀਜ਼ਾਂ ਦੇ ਜੋ ਹਾਰਟ ਦੀ ਪ੍ਰੋਬਲਮ ਹੈ ਉਹਦੀ ਮੈਡੀਸਿਨ ਖਾਣੀ ਚਾਹੀਦੀ, ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਤੇ ਸਾਡਾ ਜੋ ਅੱਖਾਂ ਦਾ ਪ੍ਰੈਸ਼ਰ ਹੈ ਉਹ ਵੱਧ ਨਾ ਸਕੇ ਤੇ ਕੰਟਰੋਲ ਵਿੱਚ ਰਵੇ। ਅਗਰ ਕਿਸੇ ਦਾ ਵੱਧ ਹੈ ਤੇ ਉਹਨੂੰ ਜੋ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਆਈ ਡ੍ਰੌਪਸ ਜਾਂ ਮੈਡੀਸਨ ਕੋਈ ਟੈਬਲੇਟ ਵਗੈਰਾ ਦੱਸੀਆਂ ਹਨ, ਉਹ ਉਹਨੂੰ ਵਰਤਦੇ ਰਹਿਣਾ ਚਾਹੀਦਾ ਹੈ, ਤਾਂ ਜੋ ਉਸ ਦਾ ਅੱਖ ਦਾ ਜੋ ਅੱਗੇ ਲਾਸ ਨਾ ਹੋ ਸਕੇ। ਡਾਕਟਰ ਦੀਕਸ਼ਿਤ, ਮੈਂ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਹਰਮਨਦੀਪ ਕੌਰ ਤੁਹਾਡੇ ਕੋਲ ਆਏ ਸੀ, ਸਭ ਤੋਂ ਪਹਿਲਾਂ ਉਹ ਜਦੋਂ ਅੰਦਰ ਐਂਟਰ ਕੀਤੇ ਤਾਂ ਕਿੱਦਾਂ ਉਹਨਾਂ ਦਾ ਇਲਾਜ ਸ਼ੁਰੂ ਕੀਤਾ, ਤੇ ਕਿੱਦਾਂ ਆਪਾਂ ਪਹਿਲੀ ਵਾਰ ਉਹਨਾਂ ਨੂੰ ਜਦੋਂ ਲੱਗਿਆ ਤੁਹਾਨੂੰ ਵੀ ਉਹਨਾਂ ਦੀ ਅੱਖਾਂ ਦੇ ਵਿੱਚ ਫਰਕ ਹੈਗਾ, ਤੇ ਉਹ ਕਦੋਂ ਉਹਨਾਂ ਨੇ ਦੱਸਿਆ ਤੁਹਾਨੂੰ? ਜਦੋਂ ਉਹ ਸਾਡੇ ਕੋਲ ਪਹਿਲੀ ਵਾਰੀ ਆਏ, ਆ ਕੇ ਜਦੋਂ ਮੇਰੇ ਕੋਲ ਬੈਠੇ, ਮੈਂ ਉਹਨਾਂ ਦਾ ਬੀਪੀ ਵਗੈਰਾ ਚੈੱਕ ਕੀਤਾ, ਚੀਫ ਕੰਪਲੇਂਟ ਉਹਨਾਂ ਤੋਂ ਪੁੱਛੀ ਵੀ ਬੇਟਾ ਕੀ ਤਕਲੀਫ ਹੈ, ਤਾਂ ਉਹਨਾਂ ਨੇ ਕਿਹਾ ਅੰਕਲ ਮੈਨੂੰ ਬਿਲਕੁਲ ਨਹੀਂ ਦਿਖਦਾ। ਕਈ ਹਸਪੀਟਲਾਂ 'ਚ ਕਈ ਡਾਕਟਰਾਂ ਨੂੰ ਮੈਂ ਦਿਖਾਇਆ ਤੇ ਸਾਰਿਆਂ ਨੇ ਮੈਨੂੰ ਦਵਾਈਆਂ ਵੀ ਦਿੱਤੀਆਂ, ਤੇ ਕਈਆਂ ਨੇ ਕਿਹਾ ਵੀ ਬੇਟਾ ਇਸ ਬਿਮਾਰੀ ਦਾ, ਕਾਲੇ ਮੋਤੀਏ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਪਰ ਫਿਰ ਵੀ ਤੁਸੀਂ ਦਵਾਈ ਪਾਓ ਤੇ ਸ਼ਾਇਦ ਠੀਕ ਹੋ ਜਾਏ। ਤੇ ਅਸੀਂ ਉਹਨੂੰ ਹੌਸਲਾ ਦਿੱਤਾ, ਬੇਟਾ ਇੱਕ ਵਾਰੀ ਅਸੀਂ ਤੁਹਾਨੂੰ ਚੈੱਕ ਕਰ ਲਈਏ, ਸਾਡੇ ਡਾਕਟਰ ਵਿਕਰਮ ਚੈੱਕ ਕਰ ਲੈਣ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਪਰ ਸਾਨੂੰ ਉਮੀਦ ਹੈ ਕਿ ਕੁਝ ਫਰਕ ਪਏਗਾ। ਸਾਨੂੰ ਵੀ ਉਮੀਦ ਹੈ ਕਿ ਕੁਝ ਫਰਕ ਪਏਗਾ। ਤੇ ਜਦੋਂ ਉਹਨੂੰ ਅਸੀਂ ਚੈੱਕ ਕੀਤਾ, ਚੈੱਕ ਕਰਨ ਤੋਂ ਬਾਅਦ ਡਾਕਟਰ ਵਿਕਰਮ ਜੀ ਨੇ ਚੈੱਕ ਕੀਤਾ ਤੇ ਇਹਨਾਂ ਨੇ ਦਵਾਈ ਰਿਕਮੈਂਡ ਕੀਤੀ ਜਿਹੜੀ ਸਾਡੇ ਸੈਂਟਰ ਵੱਲੋਂ ਬਣਾਈ ਜਾਂਦੀ ਹੈ। ਤੇ ਉਹ ਚੈੱਕ ਕਰਨ ਤੋਂ ਬਾਅਦ ਅਸੀਂ ਉਹਦੇ ਦਵਾਈ ਪਾਈ ਤੇ 15-20 ਮਿੰਟ ਬਾਅਦ ਉਹਨੇ ਸਾਨੂੰ ਕਿਹਾ ਕਿ ਮੈਨੂੰ ਥੋੜੀ ਰੋਸ਼ਨੀ ਦਿਖਣੀ ਸ਼ੁਰੂ ਹੋ ਗਈ ਹੈ, ਮੈਨੂੰ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਹੈ। 15-20 ਮਿੰਟ ਬਾਅਦ ਹੀ, ਪਹਿਲੇ ਦਿਨ ਹੀ। ਤੇ ਜਦੋਂ ਉਹਨੇ ਇਹ ਸਾਨੂੰ ਗੱਲ ਕਿਹਾ ਤੇ ਸਾਡਾ ਵੀ ਬੜਾ ਹੌਸਲਾ ਹੋਇਆ ਤੇ ਉਹਨੂੰ ਵੀ ਬੜਾ ਹੌਸਲਾ ਹੋਇਆ। ਫਿਰ ਅਸੀਂ ਉਹਨੂੰ 1 ਮਹੀਨੇ ਦੀ ਦਵਾਈ ਦਿੱਤੀ। 1 ਮਹੀਨੇ ਬਾਅਦ ਜਦੋਂ ਆਈ, ਉਹ ਕਹਿੰਦੀ ਮੈਨੂੰ ਬਹੁਤ ਫਰਕ ਹੈ ਜੀ। ਇਹਦੇ ਨਾਲ ਸਾਡਾ ਹੌਸਲਾ ਹੋਰ ਵੀ ਜ਼ਿਆਦਾ ਡਿਵੈਲਪ ਹੋਇਆ ਤੇ ਉਹਦਾ ਵੀ ਹੌਸਲਾ ਬਹੁਤ ਜ਼ਿਆਦਾ ਡਿਵੈਲਪ ਹੋਇਆ। ਐਦਾਂ ਕਰਦੇ ਉਹ ਟਾਈਮ ਟੂ ਟਾਈਮ ਸਾਡੇ ਤੋਂ ਦਵਾਈ ਲੈਂਦੇ ਰਹੇ ਤੇ ਅੱਜ 4-5 ਮਹੀਨੇ ਹੋ ਗਏ ਆ ਦਵਾਈ ਲੈਂਦੇ ਨੂੰ, ਤਾਂ ਉਹ ਆਪਣੇ ਮੂੰਹ ਤੋਂ ਕਹਿੰਦੇ ਆ ਕਿ ਸਾਨੂੰ ਬਹੁਤ ਜ਼ਿਆਦਾ ਫਰਕ ਹੈ। ਜਦੋਂ ਡਾਕਟਰ ਵਿਕਰਮ ਜੀ ਨੇ ਚੈੱਕ ਕੀਤਾ ਤਾਂ ਉਹ 70 ਤੋਂ 80% ਤੱਕ ਉਹਨੂੰ ਫਰਕ ਪੈ ਚੁੱਕਿਆ ਸੀ, ਜਿਹਦੇ ਨਾਲ ਉਹ ਵੀ, ਉਹਦਾ ਮਨ ਵੀ ਬੜਾ ਖੁਸ਼ ਸੀ ਤੇ ਆਪਣੀ ਪੜ੍ਹਾਈ ਵੀ ਉਹ ਕੰਟੀਨਿਊ ਕਰਨਾ ਚਾਹੁੰਦੀ ਹੈ। ਤੇ ਸਾਡਾ ਹੌਸਲਾ ਵੀ ਬਹੁਤ ਡਿਵੈਲਪ ਹੋਇਆ ਕਿ ਹਾਂ, ਸਾਡੀ ਦਵਾਈ ਦੇ ਵਿੱਚ ਪਰਮਾਤਮਾ ਨੇ ਜੋ ਪ੍ਰਸ਼ਾਦ ਪਾਇਆ ਤੇ ਉਹਨੂੰ ਉਹਦਾ ਰਿਜ਼ਲਟ ਵੀ ਮਿਲਿਆ। ਡਾਕਟਰ ਵਿਕਰਮ, ਤੁਸੀਂ ਉਹਨਾਂ ਦਾ ਚੈੱਕਅਪ ਕੀਤਾ ਸੀ, ਅੱਖਾਂ ਦਾ ਚੈੱਕਅਪ ਕੀਤਾ ਸੀ ਹਰਮਨ ਦਾ, ਤਾਂ ਕੀ ਲੱਗਦਾ ਸੀ ਅੱਖਾਂ ਦੇ ਵਿੱਚ ਕਿੱਥੇ ਪ੍ਰੋਬਲਮ ਹੈ? ਕੋਈ ਨਾੜ ਵੀਕ ਹੋਈ ਪਈ ਸੀ, ਜਾਂ ਫਿਰ ਅੰਦਰ ਰੈਟੀਨਾ ਦੇ ਵਿੱਚ ਕੋਈ ਪ੍ਰੋਬਲਮ ਸੀ, ਜਾਂ ਫਿਰ ਅੰਦਰ ਕਿਤੇ ਹੋਰ ਕੁਝ ਅਜਿਹਾ ਹੋਇਆ, ਬੰਦ ਸੋਜ ਆਈ ਵੀ ਸੀ, ਜਾਂ ਕਿਸ ਤਰ੍ਹਾਂ ਦਾ ਅੰਦਰ ਪ੍ਰੋਬਲਮ ਆਈ ਵੀ ਸੀ ਜਿਹਦੇ ਨਾਲ ਜਿਹੜਾ ਉਹ ਉਹਨਾਂ ਦੀ ਨਿਗਾਹ ਘਟ ਰਹੀ ਸੀ? ਤੇ ਕਿੱਥੇ ਲੱਗਿਆ ਤੁਹਾਨੂੰ ਵੀ ਆਹ ਪੁਆਇੰਟ ਜੇ ਠੀਕ ਕਰ ਲਿਆ ਜਾਏ ਤੇ ਇੱਥੋਂ ਆਪਾਂ ਨੂੰ ਜਿਹੜਾ ਉਮੀਦ ਹੈਗੀ ਰੋਸ਼ਨੀ ਠੀਕ ਹੋ ਸਕਦੀ ਹੈ? ਜੀ ਬਿਲਕੁਲ। ਉਸ ਮਰੀਜ਼ ਹਰਮਨਦੀਪ ਕੌਰ ਜਦੋਂ ਆਈ, ਉਸ ਦੇ 12 ਨੰਬਰ ਐਨਕ ਲੱਗੀ ਹੋਈ ਸੀ। 12 ਨੰਬਰ ਦੇ ਵਿੱਚ ਨਹੀਂ ਸੀ ਕੁਝ ਦਿਸ ਰਿਹਾ। 12 ਨੰਬਰ ਨਹੀਂ ਦਿਖ ਰਿਹਾ? ਨਹੀਂ ਦਿਖ ਰਿਹਾ। ਨਾ 12 ਨੰਬਰ ਦੀ ਐਨਕ ਲਗਾ ਕੇ ਦਿਸਦਾ ਸੀ, ਨਾ ਹੀ ਐਨਕ ਤੋਂ ਬਿਨਾਂ ਦਿਸਦਾ ਸੀ। ਜਦੋਂ ਐਨਕ ਵਿੱਚ ਨਹੀਂ ਦਿਸਦਾ 12 ਨੰਬਰ ਦੇ, ਵੈਸੇ ਕੀ ਦਿਸਣਾ ਸੀ? ਉਸ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਸਾਨੂੰ ਇਹ ਕਨਫਰਮ ਹੋਇਆ ਕਿ ਇਸ ਦੀ ਜੋ ਆਪਟਿਕ ਨਰਵ ਹੈ ਉਹ ਬਿਲਕੁਲ ਐਂ ਸਮਝ ਲਓ ਵੀ ਡੈਮੇਜ ਹੋ ਗਈ। ਟੋਟਲ ਡੈਮੇਜ ਸਮਝੋ, ਜਦੋਂ ਦਿਸਦਾ ਹੀ ਕੁਝ ਨਹੀਂ। ਇਹ ਆਲਰੇਡੀ ਪਹਿਲਾਂ ਜੋ 12 ਨੰਬਰ ਉਹ ਵੈਸੇ ਕਿਸੇ ਮਨੁੱਖ ਦੇ ਲੱਗਾ ਹੋਵੇ ਤਾਂ ਉਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਜਿਸ ਨੂੰ ਗਲੂਕੋਮਾ ਦੀ ਪ੍ਰੋਬਲਮ ਹੋਵੇ ਤਾਂ ਫਿਰ ਕਹਿਣਾ ਕੀ, ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਠੀਕ ਹੋ ਸਕਦਾ। ਸਾਨੂੰ ਵੀ ਕੋਈ ਬਹੁਤੀ ਉਮੀਦ ਨਹੀਂ ਸੀ, ਪਰ ਅਸੀਂ ਹੋਪਫੁਲੀ ਫਿਰ ਉਹਨੂੰ ਚੈੱਕ ਕਰਨ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕੀਤਾ। ਅਸੀਂ ਕਿਹਾ ਵੀ ਚਲੋ ਜੋ ਜ਼ਿਆਦਾ ਨਹੀਂ ਥੋੜ੍ਹਾ ਤਾਂ ਫਰਕ ਪਵੇਗਾ ਹੀ, ਐਸੀ ਗੱਲ ਹੋ ਹੀ ਨਹੀਂ ਸਕਦੀ। ਵੀ ਸਾਡੇ ਕੋਲ ਜਿੰਨੇ ਵੀ ਅੱਜ ਤੱਕ ਗਲੂਕੋਮਾ ਦੇ ਮਰੀਜ਼ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਆ, ਕਿਸੇ ਦੀ 10%, ਕਿਸੇ ਦੀ 20%, ਕਿਸੇ ਦੀ 50%, ਕਿਸੇ ਦੀ 80%, ਕਿਸੇ ਦੀ। ਹੁਣ ਪਟਿਆਲੇ ਦਾ ਇੱਕ ਮਰੀਜ਼ ਹੈ ਚਮਨ ਲਾਲ ਜੀ ਗੋਇਲ, ਸ਼ੈਲਰਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ। ਉਹਨਾਂ ਦੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਇੱਕ ਅੱਖ PGI ਤੱਕ ਇਲਾਜ ਕਰਾਉਂਦੇ ਬਲਾਈਂਡ ਹੋ ਗਈ, ਦੂਸਰੀ ਅੱਖ 20% ਸੀ। ਅੱਜ 3 ਮਹੀਨਾ ਜੀ ਉਹਨਾਂ ਨੂੰ ਮੈਡੀਸਨ ਲੈ ਕੇ ਜਾਂਦੇ,
3 ਮੰਥ ਦੇ ਵਿੱਚ 100% ਉਹਨਾਂ ਦੀ ਨਿਗਾਹ ਠੀਕ ਹੋ ਗਈ। ਸਾਨੂੰ ਹੋਪ ਸੀ ਵੀ ਇਹ ਮਰੀਜ਼ ਵੀ ਚਲੋ ਹੋਰ ਜ਼ਿਆਦਾ ਨਹੀਂ ਤੇ ਆਪਣੇ ਜੋਗਾ ਜ਼ਰੂਰ ਹੋ ਜਾਏਗਾ, ਪਰ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਸਾਡੇ ਮਿਹਨਤ ਨੂੰ ਭਾਗ ਲਾਇਆ। ਉਸ ਲੜਕੀ ਦੇ ਉਸ ਪਰਿਵਾਰ ਦੇ ਉੱਤੇ ਰਹਿਮਤ ਕੀਤੀ ਦਾਤੇ ਨੇ ਵੀ ਉਸ ਨੂੰ ਹੱਜ ਦਿਸਣ ਲੱਗ ਗਿਆ। ਉਹ ਜਿੱਥੇ ਮਰੀਜ਼ ਖੁਸ਼, ਉੱਥੇ ਅਸੀਂ ਵੀ ਬਹੁਤ ਹੀ ਖੁਸ਼ ਹਾਂ ਇਸ ਗੱਲ ਨੂੰ ਲੈ ਕੇ ਕਿ ਪਰਮਾਤਮਾ ਨੇ ਉਸ ਨੂੰ ਤੰਦਰੁਸਤੀ ਬਖਸ਼ਿਸ਼ ਕੀਤੀ ਤੇ ਸਾਨੂੰ ਸ਼ਾਬਾਸ਼ੀ ਦਿੱਤੀ। ਤੁਸੀਂ ਇਹ ਦੱਸੋ ਕਿ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਹੁੰਦੇ ਨੇ, ਕਾਲਾ ਮੋਤੀਆ ਦੇ ਜਿਹੜੇ ਮਰੀਜ਼ ਜਦੋਂ ਤੁਹਾਡੇ ਕੋਲ ਆਉਂਦੇ ਨੇ ਤਾਂ ਉਦੋਂ ਚੈੱਕਅਪ ਕਰਨ ਤੋਂ ਬਾਅਦ ਕੀ ਤੁਸੀਂ ਉਹਨਾਂ ਨੂੰ ਰਿਕਮੈਂਡ ਕਰਦੇ ਹੋ? ਦਵਾਈ ਤਾਂ ਚਲੋ ਆਪਾਂ ਪਾਤੀ, ਨਾਲ ਉਹਨਾਂ ਨੂੰ ਕੋਈ ਐਕਸਰਸਾਈਜ਼ਾਂ ਕਿਸ ਤਰ੍ਹਾਂ ਦੀਆਂ ਦੱਸਦੇ ਹੋ, ਤੇ ਨਾਲ ਉਹਨਾਂ ਨੂੰ ਖਾਣ ਪੀਣ ਬਾਰੇ ਕਿਸ ਤਰ੍ਹਾਂ ਦੱਸਦੇ ਹੋ, ਪਰਹੇਜ਼ ਕਿਹੜੇ ਦੱਸਦੇ ਹੋ, ਤਾਂ ਕਿ ਜਿਹੜੇ ਸਾਡੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਸ ਚੀਜ਼ ਦਾ ਗਿਆਨ ਹੋ ਸਕੇ? ਹਾਂਜੀ, ਬਹੁਤ ਸੋਹਣਾ ਸਵਾਲ ਪੁੱਛਿਆ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਕਿ ਉਹਨੂੰ ਐਕਸਰਸਾਈਜ਼ ਕਿਹੜੀ ਕਰਵਾਉਣੀ ਹੈ, ਖਾਣ ਨੂੰ ਕੀ ਦੇਣਾ ਹੈ। ਕਿ ਜਦੋਂ ਅਸੀਂ ਉਹਨੂੰ ਦਵਾਈ ਪਾਉਂਦੇ ਹਾਂ ਤੇ ਨਾਲ ਹੀ ਉਹਨੂੰ ਦੱਸ ਦਿੰਦੇ ਹਾਂ ਕਿ ਇੱਕ ਤਾਂ ਆਪਣੇ ਪੁੜਪੜੀਆਂ ਨੂੰ 50 ਤੋਂ 60 ਵਾਰ ਇੱਦਾਂ ਦਬਾਉਣਾ ਹੈ ਤੇ ਆਪਣੀ ਆਈਜ਼ ਨੂੰ ਰੋਟੇਟ ਕਰਨਾ ਹੈ ਤੇ ਆਪਣੇ ਪਹਿਲੀਆਂ 2 ਫਿੰਗਰਸ ਦੇ ਵਿੱਚ ਜਿਹੜਾ ਗੈਪ ਹੈ ਉਹਨੂੰ 40-50 ਵਾਰ ਪ੍ਰੈਸ਼ਰ ਦੇਣਾ ਹੈ। ਇਹ ਐਕਸਰਸਾਈਜ਼ਾਂ ਦੱਸਦੇ ਆ, ਨਾਲ ਉਹਨੂੰ ਅਸੀਂ ਦੱਸਦੇ ਆ ਅਲੋਮ ਵਿਲੋਮ, ਕਪਾਲ ਭਾਤੀ। ਇਹ ਕਰੋ ਤੇ ਇਹਦੇ ਨਾਲ ਬਹੁਤ ਜਲਦੀ ਰਿਲੀਫ ਮਿਲਦਾ ਹੈ। ਜਿਵੇਂ ਐਲੋਪੈਥੀ ਮੈਡੀਸਨ ਦੇ ਵਿੱਚ ਆਪਾਂ ਸਟੀਰੋਇਡ ਪਾ ਦਿੰਦੇ ਆ ਵੀ ਹਾਂਜੀ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ, ਐਦਾਂ ਹੀ ਯੋਗਾ ਦੀਆਂ ਐਕਸਰਸਾਈਜ਼ਾਂ ਕਰਨ ਨਾਲ ਔਰ ਪ੍ਰੈਸ਼ਰ ਦੇਣ ਨਾਲ ਉਨਾ ਹੀ ਫਰਕ ਪੈਂਦਾ ਜਿੰਨਾ ਆਪਾਂ ਨੂੰ ਸਟੀਰੋਇਡ ਦੇ ਨਾਲ ਫਰਕ ਪੈਂਦਾ। ਜਿਉਂ-ਜਿਉਂ ਇਹ ਐਕਸਰਸਾਈਜ਼ ਵਧਾਉਂਦੇ ਜਾਂਦੇ ਆ, ਕਰਦੇ ਜਾਂਦੇ ਆ, ਤਾਂ ਅੱਖਾਂ ਦੇ ਉੱਪਰ ਬਹੁਤ ਇਫੈਕਟ ਪੈਂਦਾ। ਇਕੱਲਾ ਅੱਖਾਂ ਦੇ ਇਫੈਕਟ ਨਹੀਂ ਪੈਂਦਾ, ਸਾਡੇ ਹਾਰਟ 'ਤੇ ਵੀ ਇਫੈਕਟ ਪੈਂਦਾ, ਉਹਨਾਂ ਦੇ ਪ੍ਰੈਸ਼ਰ ਤੇ ਅੱਖਾਂ ਦੇ ਪ੍ਰੈਸ਼ਰ 'ਤੇ ਵੀ ਫਰਕ ਪੈਂਦਾ। ਤੇ ਜਦੋਂ ਇਹ ਕਰਦੇ ਰਹਿੰਦੇ ਤਾਂ ਸਾਨੂੰ ਇਹ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ। ਅੱਛਾ, ਤੇ ਦੂਜੀ ਗੱਲ ਇਹ ਹੈ ਕਿ ਪਰਹੇਜ਼ ਤੇ ਖਾਣਾ ਪੀਣਾ ਇਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਅਸੀਂ ਤਾਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਬਾਹਰ ਦੀਆਂ ਚੀਜ਼ਾਂ ਸਾਰੀਆਂ ਖਾਣੀਆਂ ਬੰਦ ਕਰੋ। ਤਲੀਆਂ ਹੋਈਆਂ ਚੀਜ਼ਾਂ, ਬਾਹਰ ਦਾ ਭੋਜਨ, ਬਾਹਰ ਦਾ ਪਤਾ ਨਹੀਂ ਸਾਨੂੰ ਬਾਸੀ ਮਿਲਦਾ ਕਿ ਨਹੀਂ ਮਿਲਦਾ, ਉਹਦੇ 'ਚ ਕਈ ਕੈਮੀਕਲਸ ਪਾਏ ਹੁੰਦੇ ਆ ਜਿਹੜੇ ਸਾਡੀ ਬਾਡੀ ਵਾਸਤੇ ਬਹੁਤ ਹਾਰਮਫੁਲ ਹੁੰਦੇ ਆ। ਤੇ ਅਸੀਂ ਕਈ ਮਰੀਜ਼ਾਂ ਨੂੰ ਸਮਝਾਉਂਦੇ ਆ, ਪਰ ਲੋਕ ਆਪਣੇ ਜੀਭ ਦੇ ਸਵਾਦ ਵਾਸਤੇ ਉਹਨਾਂ ਨੂੰ ਖਾਈ ਜਾਂਦੇ ਆ। ਪਰ ਇਹ ਕਿ ਜਿਹੜੇ ਛੱਡ ਦਿੰਦੇ ਆ ਉਹਨਾਂ ਨੂੰ ਬਹੁਤ ਜਲਦੀ ਰਿਜ਼ਲਟ ਮਿਲਦਾ ਹੈ ਔਰ ਮਿਲਿਆ ਵੀ ਹੈ। ਤੇ ਇਹੀ ਖਾਣ ਪੀਣ ਦਾ ਪਰਹੇਜ਼ ਹੈ ਕਿ ਬਾਹਰ ਦੀਆਂ ਚੀਜ਼ਾਂ ਨਾ ਖਾਓ, ਘਰ ਦਾ ਭੋਜਨ ਖਾਓ, ਹਰੀਆਂ ਸਬਜ਼ੀਆਂ ਖਾਓ। ਜਿਹੜਾ ਅਸੀਂ ਜੂਸ ਰਿਕਮੈਂਡ ਕਰਦੇ ਹਾਂ ਪਾਲਕ ਦਾ, ਗਾਜਰ ਦਾ, ਆਮਲੇ ਦਾ, ਇਹਨੂੰ ਰੈਗੂਲਰ ਯੂਜ਼ ਕਰੋ ਤੇ ਸਿੰਪਲ ਭੋਜਨ ਖਾਓ ਤੇ ਬਹੁਤ ਜਲਦੀ ਫਰਕ ਪੈਂਦਾ ਹੈ ਔਰ ਪਿਆ ਵੀ ਹੈ। ਤੇ ਜਿਹੜੇ ਲਾਸਟ ਕੁਐਸਚਨ ਮੈਂ ਤੁਹਾਨੂੰ ਪੁੱਛਾਂਗਾ ਡਾਕਟਰ ਵਿਕਰਮ, ਕਿ ਜਿਹੜੇ ਮਰੀਜ਼, ਇਹ ਤਾਂ ਚਲੋ ਇੱਕ ਕੇਸ ਹੈਗਾ ਆਪਣੇ ਕੋਲੇ, ਤੁਸੀਂ ਦੇਖਿਆ 2 ਕੇਸ ਆਪਾਂ ਨੇ ਜਿਹੜੇ ਕੈਮਰੇ ਤੇ ਲੈ ਆਂਦੇ, ਪਰ ਮੈਨੂੰ ਨਹੀਂ ਲੱਗਦਾ ਕਿ ਜਲਦੀ ਲੋਕਾਂ ਦਾ ਵਿਸ਼ਵਾਸ ਆਉਂਦਾ, ਕਿਉਂਕਿ ਸਾਰੇ ਡਾਕਟਰਾਂ ਤੋਂ ਜਿਹੜੇ ਹਾਰ ਜਾਂਦੇ ਨੇ ਉਹ ਫਿਰ ਮਨ ਵੀ ਹਾਰ ਜਾਂਦੇ ਨੇ। ਜਦੋਂ ਡਾਕਟਰਾਂ ਕੋਲ ਹਾਰ ਜਾਂਦਾ ਨਾ ਬੰਦਾ, ਤੇ ਮਨ ਹਾਰ ਜਾਂਦਾ। ਜਦੋਂ ਮਨ ਹਾਰ ਜਾਂਦਾ ਉਦੋਂ ਅੰਦਰੋਂ ਇੱਛਾ ਜਿਹੜੀ ਆ ਉਹ ਕਿਸੇ ਪਾਸੇ ਜਾਣ ਦੀ ਰਹਿੰਦੀ ਨਹੀਂ ਹੈਗੀ। ਕੀ ਕਹਾਂਗੇ ਜਿਹੜੇ ਮਨ ਹਾਰ ਚੁੱਕੇ ਨੇ? ਮੈਂ ਜੋ ਵੀ ਕਾਲੇ ਮੋਤੀ ਦਾ ਮਰੀਜ਼ ਹੈ ਉਹਨਾਂ ਨੂੰ ਇਹ ਅਪੀਲ ਕਰੂੰਗਾ, ਜਿਹੜਾ ਵੀ ਕਿਤੋਂ ਵੀ ਟ੍ਰੀਟਮੈਂਟ ਕਰਾ ਕੇ ਥੱਕ ਹਾਰ ਚੁੱਕਿਆ ਹੈ, ਇੱਕ ਵਾਰ ਸਾਨੂੰ ਸਿਰਫ ਆਪਣੀ ਜ਼ਿੰਦਗੀ ਦੇ 20 ਮਿੰਟ ਦੇਣ। ਅਗਰ ਉਹਦੇ ਵਿੱਚ ਰਿਜ਼ਲਟ ਨਾ ਮਿਲੇਗਾ ਤੇ ਅਸੀਂ ਉਹਨੂੰ ਦਵਾਈ ਨਹੀਂ ਦੇਵਾਂਗੇ। ਉਹ ਲੋਕਾਂ ਨੇ 20 ਸਾਲ 10 ਸਾਲ ਵੀ ਤਾਂ ਡਾਕਟਰਾਂ ਨੂੰ ਦਿੱਤੇ, ਹਸਪੀਟਲਾਂ ਨੂੰ ਦਿੱਤੇ। ਅਸੀਂ ਤਾਂ ਸਿਰਫ ਜ਼ਿੰਦਗੀ ਦੇ 20 ਮਿੰਟ ਮੰਗਦੇ ਹਾਂ, ਸਾਨੂੰ 20 ਮਿੰਟ ਦੇਣ। ਸਾਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਕਿਰਪਾ ਕਰਨਗੇ, ਉਸ ਨੂੰ ਚਾਹੇ 10% ਹੀ ਫਰਕ ਪਵੇ, 10% ਤੋਂ ਲੈ ਕੇ 100% ਤੱਕ ਵੀ ਉਸ ਦੀ ਅੱਖਾਂ ਦੀ ਰੋਸ਼ਨੀ ਵੱਧ ਸਕਦੀ ਹੈ। ਔਰ ਸਾਡੇ ਕੋਲ ਅਜਿਹੇ ਮਰੀਜ਼ ਹਨ ਜੋ 18 ਸਾਲਾਂ ਤੋਂ ਸਾਡੇ ਕੋਲ ਅੱਜ ਵੀ ਮੈਡੀਸਨ ਲੈ ਰਹੇ ਹਨ ਔਰ ਉਹਨਾਂ ਦੀ ਨਿਗਾਹ ਬਿਲਕੁਲ 100% ਤੰਦਰੁਸਤ ਚੱਲ ਰਹੀ ਹੈ। ਇਹ ਗੱਲ ਅਸੀਂ ਡੰਕੇ ਦੀ ਚੋਟ ਤੇ ਕਹਿੰਦੇ ਆ, ਇੱਕ ਵਾਰੀ ਸਾਨੂੰ ਜ਼ਿੰਦਗੀ ਦੇ 20 ਮਿੰਟ ਦੇ ਕੇ ਵੇਖੋ, ਅਗਰ ਰਿਜ਼ਲਟ ਨਾ ਮਿਲੇਗਾ ਤੇ ਅਸੀਂ ਮੈਡੀਸਨ ਨਹੀਂ ਦੇਵਾਂਗੇ। ਤੇ ਪਰ ਅਸੀਂ ਨਹੀਂ, ਅਸੀਂ ਇਹ ਚਾਹੁੰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਵੀ ਕੋਈ ਕਾਇਦਾ ਕਿਤਾਬ ਨਹੀਂ ਜਿਹਦੇ ਵਿੱਚ ਇਹ ਲਿਖਿਆ ਹੋਵੇ ਵੀ ਮਰੀਜ਼ ਨੂੰ ਫਰਕ ਨਾ ਪਵੇਗਾ। ਹਾਂ, ਰੱਬ ਰੁੱਸਿਆ ਹੋਵੇ ਤਾਂ ਕੀ ਹੋ ਸਕਦਾ, ਉੱਥੇ ਕੋਈ ਕੁਝ ਨਹੀਂ ਕਰ ਸਕਦਾ। ਡਾਕਟਰ ਦੀਕਸ਼ਿਤ, ਆਖਰੀ ਸਵਾਲ, ਕਿੰਨੇ ਪ੍ਰਤੀਸ਼ਤ ਨਿਗਾਹ ਬੰਦੇ ਦੀ ਖਤਮ ਹੋਈ ਵੀ ਹੋਵੇ ਤੇ ਕਿੰਨੇ ਪ੍ਰਤੀਸ਼ਤ ਬਚੀ ਹੋਵੇ ਜਿਸ ਤੋਂ ਆਸ ਹੁੰਦੀ ਹੈ ਕਿ ਹੁਣ ਇਹ ਠੀਕ ਹੋ ਜਾਏਗਾ, ਤੇ ਕਿੰਨੇ ਪ੍ਰਤੀਸ਼ਤ ਜਿਹੜੀ ਆ ਉਹ ਹੋਵੇ ਤੇ ਬੰਦਾ ਕਹਿ ਸਕਦਾ ਵੀ ਹੁਣ ਇਸ ਤੋਂ ਬਾਅਦ ਕੋਈ ਰਿਕਵਰੀ ਨਹੀਂ ਹੋਈ? ਅਸੀਂ ਆਪਣੇ ਤਜਰਬੇ ਨਾਲ ਜਿੰਨੇ ਅਸੀਂ ਮਰੀਜ਼ ਦੇਖੇ ਆ, ਜਿੰਨੇ ਅਸੀਂ ਠੀਕ ਕੀਤੇ ਆ, ਉੱਥੋਂ ਸਾਨੂੰ ਇਹੀ ਤਜਰਬਾ ਹੋਇਆ। ਸਾਡੇ ਇਹਨਾਂ ਦੇ ਫਾਦਰ ਸਾਹਿਬ, ਉਹਨਾਂ ਨੇ ਵੀ ਸਾਨੂੰ ਇਹ ਕਿਹਾ ਕਿ ਜੇ ਮਰੀਜ਼ ਨੂੰ ਸਿਰਫ ਇੱਕ ਕਣ ਵੀ ਦਿਖਦਾ ਹੈ
99.9% ਉਹਦੀ ਨਿਗਾਹ ਚਲੀ ਗਈ ਹੈ ਔਰ 0.1% ਵੀ ਉਹਨੂੰ ਜਰਾ ਦਿਖਦਾ ਹੈ ਤਾਂ ਉੱਥੇ ਸਾਡੀ ਦਵਾਈ ਇਫੈਕਟ ਕਰਦੀ ਹੈ, ਚਾਹੇ ਉਹ ਪਹਿਲੇ ਦਿਨ ਤੋਂ 1% ਕਰੇ, ਚਾਹੇ 0.1% ਕਰੇ, ਚਾਹੇ 10% ਕਰੇ। ਤੇ ਇਹੀ ਸਾਨੂੰ ਰਿਜ਼ਲਟ ਮਿਲਿਆ ਵੀ ਹੈ। ਪਰ ਜਿਹਦੀ ਨਿਗਾਹ ਬਿਲਕੁਲ ਹੀ, ਜਿਹਨੂੰ ਰੋਸ਼ਨੀ ਵੀ ਨਹੀਂ ਦਿਖਦੀ, ਜਿਹਨੂੰ ਇੱਕ ਕਣ ਵੀ ਨਹੀਂ ਦਿਖਦਾ, ਉਸ ਨੂੰ ਅਸੀਂ ਜਵਾਬ ਦੇ ਦਿੰਦੇ ਹਾਂ ਵੀ ਇਹ ਠੀਕ ਨਹੀਂ ਹੋਊ। ਪਰ ਫਿਰ ਵੀ ਅਸੀਂ ਉਹਦੇ ਦਵਾਈ ਪਾ ਕੇ ਦੇਖਦੇ ਹਾਂ ਵੀ ਸ਼ਾਇਦ ਸਾਡੇ ਚੈੱਕ ਕਰਨ 'ਚ ਕੋਈ ਫਰਕ ਪੈ ਗਿਆ ਹੋਵੇ। ਤੇ ਕਈ ਮਰੀਜ਼ ਐਸੇ ਵੀ ਹੈ ਕਿ ਦਵਾਈ ਪਾਉਣ ਤੋਂ ਬਾਅਦ ਉਹਨਾਂ ਨੂੰ ਫਰਕ ਪਿਆ ਵੀ ਹੈ। ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ 0.1% ਵੀ ਉਹਦੀ ਨਿਗਾਹ ਹੈਗੀ ਹੈ, ਜੇ ਉਹਨੂੰ ਰੋਸ਼ਨੀ ਦਿਖਦੀ ਹੈ 0.1% ਵੀ, ਤਾਂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਵੀ ਉਹਨੂੰ ਫਰਕ ਪਏਗਾ, ਔਰ ਪਿਆ ਵੀ ਹੈ ਕਈ ਮਰੀਜ਼ਾਂ ਨੂੰ। ਮਾਫ ਕਰਨਾ, ਮੈਂ ਆਖਰੀ ਕਹਿ ਕੇ ਤੇ ਮੈਨੂੰ ਹੁਣ ਇੱਕ ਕੁਐਸਚਨ ਦੀ ਜਿਗਿਆਸਾ ਮੈਨੂੰ ਫੇਰ ਰਹਿ ਗਈ ਕਿ ਇਹਨਾਂ ਨੇ ਵਾਰ-ਵਾਰ ਇੱਕ ਗੱਲ ਕੀਤੀ ਕਿ ਤੁਹਾਡੇ ਫਾਦਰ ਸਾਹਿਬ ਤੁਹਾਡੇ ਬਾਰੇ ਦਵਾਈ ਜਿਹੜੀ ਆ, ਕੀ ਉਹਦੇ ਤੁਸੀਂ ਵੀ ਸਟੀਰੋਇਡ ਪਾਉਂਦੇ ਹੋ ਜਾਂ ਫਿਰ ਉਹਦੇ 'ਚ ਜਿਹੜਾ ਆਯੁਰਵੈਦਿਕ ਤਰੀਕਿਆਂ ਦੇ ਨਾਲ ਉਹਦੇ 'ਚ ਕੁਝ ਹੁੰਦਾ ਹੈ, ਕੁਦਰਤੀ ਢੰਗ ਦੇ ਨਾਲ ਤਰੀਕਿਆਂ ਦੇ ਨਾਲ ਜਿਹੜੀ ਦਵਾਈ ਤਿਆਰ ਕੀਤੀ ਜਾਂਦੀ ਹੈ ਕਿ ਆਪਾਂ ਵੀ ਕਿਤੋਂ ਬਾਜ਼ਾਰੋਂ ਖਰੀਦ ਕੇ ਲਿਆ ਕੇ ਅੱਖਾਂ 'ਚ ਪਾ ਦਿੰਦੇ ਹਾਂ? ਇਹ ਤੁਹਾਡਾ ਸਵਾਲ ਇਹ ਲਾ ਲਓ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਅਗਰ ਕੋਈ ਮਰੀਜ਼ ਇਸ ਸਵਾਲ ਨੂੰ ਅੱਛੀ ਤਰ੍ਹਾਂ ਸੁਣੇ, ਤੁਸੀਂ ਇਹ ਲਾ ਲਓ ਇੱਕ ਕੋਲੇ ਤਾਂ ਡਾਇਰੈਕਟ ਬੰਬ ਹੈ, ਇੱਕ ਨੇ ਉਸ ਬੰਬ 'ਚੋਂ ਕੁਛ ਲੈ ਕੇ ਚੋਰੀ ਕਰਕੇ ਆਪਣੀ ਗੋਲੀ ਬਣਾ ਕੇ ਚਲਾਉਣੀ ਹੈ। ਉਹ ਬੰਬ ਜ਼ਿਆਦਾ ਤਬਾਹੀ ਮਚਾਏਗਾ ਕਿ ਜੋ ਅਸੀਂ ਚੋਰੀ ਕਰਕੇ ਉਹਦੇ ਵਿੱਚੋਂ ਗੋਲੀ ਬਣਾਈ ਉਹ ਜ਼ਿਆਦਾ ਅਸਰ ਕਰੇਗੀ। ਇਹ ਹੁਣ ਪਹਿਲਾਂ ਤੁਸੀਂ ਮੈਨੂੰ ਦੱਸੋ, ਬੰਬ ਕਰੇਗਾ ਨਾ। ਇਸ ਕਰਕੇ ਕਿਸੇ ਦੀਆਂ ਅੱਖਾਂ ਦੇ ਵਿੱਚ 15 ਤੋਂ 20 ਦਿਨਾਂ ਤੱਕ ਆਈ ਡ੍ਰੌਪਸ, ਸਟੀਰੋਇਡ ਆਈ ਡ੍ਰੌਪਸ ਪਾ ਦਿਓ। ਜੇ ਉਸ ਦੇ ਗਲੂਕੋਮਾ ਨਾ ਆ ਜਾਵੇ ਤਾਂ ਮੇਰੇ ਕੋਲ ਆ ਜਾਣਾ। ਉਸ ਤੋਂ ਬਾਅਦ ਜਿਹੜੇ ਅਸੀਂ ਦਿਨ ਰਾਤ, ਹੁਣ ਆ ਵੇਖੋ ਤੁਸੀਂ ਕਰੋਨਾ ਦੀ ਪ੍ਰੋਬਲਮ ਚੱਲੀ ਸੀ, ਤੁਸੀਂ ਕਿੰਨੀਆਂ ਵੀਡੀਓ ਦੇਖੀਆਂ ਜਿਨ੍ਹਾਂ 'ਤੇ ਇਹ ਲਿਖਿਆ ਸੀ ਕਿ 20 ਰੁਪਏ ਦੇ ਵਿੱਚ ਕਰੋਨਾ ਠੀਕ ਕਰੋ। ਉਹ ਕਰੋਨਾ ਦੀ ਜੋ ਮੈਡੀਸਨ ਕੀ ਸੀ, ਵੈਸੋਲੋਨ, ਡੈਕਸਾਮੈਥਾਸੋਨ, ਜਾਣੀ ਕਿ ਸਟੀਰੋਇਡ ਦੀਆਂ ਟੈਬਲੇਟ ਸੀ ਔਰ ਸਸਤੀਆਂ ਨੇ। ਅਗਰ ਜੇ ਇਹਨਾਂ ਦੇ ਨਾਲ ਇਨਸਾਨ ਤੰਦਰੁਸਤ ਹੁੰਦਾ ਹੋਵੇ ਤੇ ਫਿਰ ਸਾਡੇ ਕੋਲ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਾਪਾਨ, ਜਰਮਨ ਤੋਂ ਛੱਡ ਕੇ ਮਰੀਜ਼ ਸਾਡੇ ਕੋਲ ਕੀ ਲੈਣ ਆਉਣ? ਜੇ ਡਾਇਰੈਕਟ ਸਟੀਰੋਇਡ ਦੇ ਨਾਲ ਮਰੀਜ਼ ਠੀਕ ਹੁੰਦੇ ਹੋਣ ਤਾਂ ਫਿਰ ਸਾਡੇ ਕੋਲ ਕੀ ਲੈਣ ਆਉਣਾ? ਇਹ ਬਿਲਕੁਲ 1000% ਗੱਲ ਝੂਠੀ ਹੈ। ਕੋਈ ਇਹਨਾਂ ਦੇ ਵਿੱਚ ਐਂਟੀ ਆਕਸੀਡੈਂਟ ਇੰਨੀਆਂ ਜੜੀਆਂ ਬੂਟੀਆਂ ਨੇ ਕਿ ਜੋ ਸਟੀਰੋਇਡ ਤੋਂ ਵੀ ਵੱਧ ਕੰਮ ਕਰਦੀਆਂ। ਜੋ ਸਾਡੇ ਕੋਲ ਮੈਡੀਸਨ ਆ ਉਹਦੇ ਵਿੱਚ ਐਂਟੀ ਆਕਸੀਡੈਂਟ ਇੰਨੀਆਂ ਕੁ ਜੜੀ ਬੂਟੀਆਂ ਨੇ, ਕੁਦਰਤ ਦੇ ਨੇ ਆਪਣੇ ਵਿੱਚ ਸਮੋ ਕੇ ਰੱਖੀਆਂ ਹੋਈਆਂ ਵੀ ਜਿਸ ਦੇ ਨਾਲ ਸਟੀਰੋਇਡ ਤੋਂ ਵੀ ਵੱਧ ਤੁਹਾਨੂੰ ਰਿਜ਼ਲਟ ਮਿਲ ਸਕਦਾ ਹੈ। ਇਹ ਗੱਲ ਲੋਕਾਂ ਦੇ ਦਿਮਾਗ 'ਚ ਬਿਠਾਈ ਗਈ ਹੈ ਵੀ ਫਲਾਣੀ ਜਗ੍ਹਾ 'ਤੇ ਨਾ ਜਾਇਓ, ਦੇਸੀ ਦਵਾਈ ਨਾ ਲਿਓ, ਆਯੁਰਵੈਦਿਕ ਦਵਾਈ ਨਾ ਲਿਓ, ਸਟੀਰੋਇਡ ਦਿੰਦੇ ਆ। ਅਗਰ ਸਟੀਰੋਇਡ ਤੁਸੀਂ ਕੋਈ ਵੀ ਸਟੀਰੋਇਡ ਡਾਇਰੈਕਟ ਦੇਵੇ, ਉਹਦੇ ਨਾਲ ਮਰੀਜ਼ ਨਹੀਂ ਠੀਕ ਹੋ ਰਿਹਾ, ਔਰ ਸਾਡੇ ਚੋਰੀ ਕਰਕੇ ਸਟੀਰੋਇਡ ਪਏ ਨਾਲ ਮਰੀਜ਼ ਕਿਵੇਂ ਠੀਕ ਹੋ ਸਕਦਾ? ਇਹ ਜਵਾਬ ਮਰੀਜ਼ਾਂ ਨੂੰ ਆਪਣੇ ਦਿਮਾਗ ਨਾਲ ਖੁਦ ਆਪਣੇ ਅੰਦਰੋਂ ਲੱਭਣਾ ਪਵੇਗਾ। ਇਹ ਸੁਣੀ ਸੁਣਾਈ ਗੱਲ ਤੇ ਨਹੀਂ ਯਕੀਨ ਕਰਨਾ ਚਾਹੀਦਾ ਵੀ ਕਹਿ ਦਿਓ ਹਾਂ ਸਟੀਰੋਇਡ ਤੋਂ ਵੱਧ ਆਯੁਰਵੇਦ ਦੇ ਵਿੱਚ ਇੰਨਾ ਕੁਝ ਪਿਆ ਹੈ ਕਿ ਜਿਹਦੇ ਬਾਰੇ ਤੁਸੀਂ ਅਜੇ ਤੱਕ ਸ਼ਾਇਦ ਸੁਣਿਆ ਵੀ ਨਾ ਹੋਵੇ। ਇੰਨੀਆਂ ਐਂਟੀ ਆਕਸੀਡੈਂਟ ਜੜੀ ਬੂਟੀਆਂ ਨੇ ਜਿਨ੍ਹਾਂ ਦੇ ਵਰਤੋਂ ਦੇ ਨਾਲ ਇੱਕ ਮਰਿਆ ਇਨਸਾਨ ਵੀ ਜਿੰਦਾ ਹੋ ਸਕਦਾ। ਯਾਨੀ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਦਵਾਈ ਤੁਸੀਂ ਅੱਖਾਂ ਦੇ ਵਿੱਚ ਪਾ ਰਹੇ ਹੋ ਉਹ ਜਿਹੜੀ 100% ਜਿਹੜੀ ਹੈ ਉਹ ਕੁਦਰਤੀ ਢੰਗ ਤਰੀਕਿਆਂ ਦੇ ਨਾਲ, ਕੁਦਰਤੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਉਸ ਨੂੰ ਵਰਤੋਂ ਦਾ ਤਰੀਕਾ ਵੀ ਜਿਹੜਾ ਉਹ ਕੁਦਰਤੀ ਢੰਗ ਤਰੀਕਿਆਂ ਦੇ ਨਾਲ ਵਰਤਣ ਦਾ ਦੱਸਿਆ ਜਾਂਦਾ। ਬਿਲਕੁਲ ਜੀ। ਇੱਕ ਮੈਂ ਤੁਹਾਨੂੰ ਅੱਜ ਹੋਰ ਇਹ ਸਮਝ ਲਓ ਵੀ ਡੰਕੇ ਦੀ ਚੋਟ ਤੇ ਕਹਿ ਰਿਹਾ, ਸਾਡੀ ਦਵਾਈ ਕੋਈ ਲੈ ਜਾਵੇ, ਦੁਨੀਆ ਦੀ ਕੋਈ WHO ਲੈ ਜਾਵੇ ਜਾਂ ਕੋਈ ਵੀ ਸੰਸਥਾ ਲੈ ਜਾਵੇ, ਅਗਰ ਉਹਦੇ ਵਿੱਚ ਕੋਈ ਸਟੀਰੋਇਡ ਦੀ ਮਾਤਰਾ ਜਾਂ ਕੋਈ ਸਟੀਰੋਇਡ ਦਾ ਅੰਸ਼ ਸਾਨੂੰ ਜਾਂ ਕਿਸੇ ਕੋਈ ਲੈਬ ਦੱਸ ਦੇਵੇ, 10 ਲੱਖ ਰੁਪਈਆ, 10 ਲੱਖ ਛੱਡੋ, ਕਰੋੜ ਰੁਪਈਆ ਨਾਮ ਦੇਣ ਨੂੰ ਮੈਂ ਤਿਆਰ ਹਾਂ। ਕੋਈ ਵੀ ਉਹਦੇ ਵਿੱਚ ਸਾਨੂੰ ਸਟੀਰੋਇਡ ਦਾ ਇਹ ਕਹਿ ਦੇਵੇ, ਦੱਸੇ ਸਾਨੂੰ ਬਿਠਾ ਕੇ ਇਹਦੇ ਵਿੱਚ ਸਟੀਰੋਇਡ ਹੈ, ਕਰੋੜ ਰੁਪਈਆ ਨਾਮ ਮੈਂ ਲਊਂਗਾ, ਮੈਂ ਦਊਂਗਾ, ਮੇਰੇ ਤੋਂ ਚੈੱਕ ਲੈ ਸਕਦਾ। ਕੀ ਬਾਤ ਹੈ, ਕੀ ਬਾਤ ਹੈ। ਸੋ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਹਾਡਾ ਚੈਲੰਜ ਜਿਹੜੇ ਆ ਲੋਕੀ ਕਬੂਲ ਕਰਨਗੇ।
ਬਹੁਤ ਬਹੁਤ ਧੰਨਵਾਦ ਜੀ। ਮੈਂ ਤਾਂ ਇਹੀ ਕਹਿਣਾ, ਚੈਲੰਜ ਜੋ ਬੋਲ ਰਿਹਾ ਮੈਂ ਪ੍ਰਮਾਤਮਾ ਨੂੰ ਯਾਦ ਕਰਕੇ ਸੱਚ ਬੋਲ ਰਿਹਾ। ਅਗਰ ਜੇ ਸਾਡੇ ਸੱਚ ਤੇ ਕੋਈ ਯਕੀਨ ਨਹੀਂ ਕਰਦਾ, ਉਹਦੀ ਖੁਸ਼ੀ। ਜੇ ਕਿਸੇ ਦੇ ਕਰਮਾਂ 'ਚ ਧੱਕੇ ਲਿਖਿਆ, ਕੋਈ ਉਹਨੂੰ ਰੋਕ ਨਹੀਂ ਸਕਦਾ। ਜੇ ਕਿਸੇ ਦੇ ਕਰਮਾਂ 'ਚ ਰਾਮ ਲਿਖਿਆ ਹੈ, ਤੇ ਉਹਨੂੰ ਕੋਈ ਮੋੜ ਨਹੀਂ ਸਕਦਾ। ਹੁਣ ਤੁਹਾਡੇ ਸਾਹਮਣੇ ਬ੍ਰੇਨ ਹੈਮਰੇਜ ਵੇਖੋ, 7 ਸਾਲਾਂ ਤੋਂ ਪੇਸ਼ੈਂਟ ਤੁਸੀਂ ਦੇਖਿਆ, 7 ਸਾਲਾਂ ਬਾਅਦ ਮਾਲਕ ਨੇ ਕਿਰਪਾ ਕਰੀ 50% ਦਿਸਣ ਲੱਗਿਆ। ਉਦੋਂ ਇੰਗਲੈਂਡ ਵਾਲਾ ਮਰੀਜ਼ ਤੁਹਾਨੂੰ ਦਿਖਾਇਆ, ਜਿਹਦੀ 20% ਤੋਂ 80-90% ਤੱਕ ਵਿਜ਼ਨ ਹੋਇਆ। ਅੱਜ ਵਾਲਾ ਮਰੀਜ਼ ਤੁਹਾਨੂੰ 0% ਤੋਂ 70-80% ਚੈੱਕ ਦੇ ਹਿਸਾਬ ਨਾਲ, ਜਿਹਦਾ ਅੱਖਾਂ ਦਾ ਪ੍ਰੈਸ਼ਰ ਅੱਜ ਵਾਲੇ ਮਰੀਜ਼ ਦਾ 40 ਤੋਂ ਘਟਿਆ ਨਹੀਂ ਆਪਰੇਟ ਕਰਨ ਤੋਂ ਬਾਅਦ। ਅੱਜ ਉਸ ਦਾ ਉਹਨਾਂ ਨੇ ਪਰਸੋਂ ਸ਼ਨੀਵਾਰ ਜਣੀ ਉਹਨਾਂ ਨੇ ਆਪਣਾ ਅੱਖਾਂ ਦਾ ਚੈੱਕਅਪ ਕਰਵਾਇਆ। ਉਹਨਾਂ ਦੀ ਅੱਖ ਦਾ ਪ੍ਰੈਸ਼ਰ 17 mm ਆਫ ਮਰਕਰੀ ਸੀ, ਨਾਰਮਲ ਆ ਗਿਆ। ਤੇ ਉਹ ਕੁੜੀ ਤੇ ਉਸ ਦਾ ਪਰਿਵਾਰ ਇੰਨਾ ਕੁ ਖੁਸ਼ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹ ਤੁਸੀਂ ਉਹਨਾਂ ਤੋਂ ਖੁਦ ਹੀ ਦੇਖ ਕੇ ਗੱਲਾਂ ਕਰਕੇ ਪਤਾ ਲੱਗ ਗਿਆ। ਬਹੁਤ ਧੰਨਵਾਦ। ਜਾਂਦਿਆਂ ਨੇ ਤੁਸੀਂ ਕੁਝ ਕਹਿਣਾ ਚਾਹੋਗੇ ਡਾਕਟਰ ਦੀਕਸ਼ਿਤ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਕਿ ਜਿਸ ਮਰੀਜ਼ ਨੂੰ ਥੋੜਾ ਜਿਹਾ ਘੱਟ ਦਿਖਣਾ ਸ਼ੁਰੂ ਹੁੰਦਾ ਹੈ, ਜਾਂ ਡਾਕਟਰ ਇੱਕ ਵਾਰੀ ਉਹਨੂੰ ਬਾਹਰ ਐਲੋਪੈਥੀ ਡਾਕਟਰ ਜਾਂ ਕੋਈ ਕਹਿ ਦੇ ਵੀ ਇਹਦਾ ਇਲਾਜ ਨਹੀਂ ਹੈ, ਤਾਂ ਇੱਕ ਵਾਰੀ ਚੈੱਕ ਜ਼ਰੂਰ ਕਰਵਾਓ। ਕਿਉਂਕਿ ਇਸ ਤੋਂ ਪਹਿਲਾਂ ਕਿ ਦੂਜੀ ਅੱਖ ਦੀ ਨਜ਼ਰ ਵੀ ਜਾਵੇ, ਤਾਂ ਦੋਨੋਂ ਅੱਖਾਂ ਨੂੰ ਬਚਾਉਣ ਵਾਸਤੇ ਆਪਣਾ ਇਲਾਜ ਸਮੇਂ ਸਿਰ ਸ਼ੁਰੂ ਕਰਾ ਕੇ ਸਮੇਂ ਸਿਰ ਇਹਦਾ ਇਲਾਜ ਕਰਾਓਗੇ ਤਾਂ ਇਸ ਕਾਲੇ ਮੋਤੀਏ ਦੀ ਬਿਮਾਰੀ ਤੋਂ ਨਿਜਾਤ ਪਾ ਸਕਦੇ ਹੋ। ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ ਡਾਕਟਰ ਵਿਕਰਮ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਇਸ ਹਨ ਡਾਕਟਰ ਵਿਕਰਮ, ਡਾਕਟਰ ਦੀਕਸ਼ਿਤ, ਜਿਨ੍ਹਾਂ ਨੇ ਹਰਮਨਦੀਪ ਕੌਰ ਪੇਸ਼ੈਂਟ ਦਾ ਇਲਾਜ ਕੀਤਾ, ਜਿਨ੍ਹਾਂ ਦੀਆਂ ਅੱਖਾਂ ਦਾ ਪ੍ਰੈਸ਼ਰ ਵੱਧ ਕੇ 40 ਹੋ ਚੁੱਕਿਆ ਸੀ। ਪੀਜੀਆਈ ਵਾਲੇ ਡਾਕਟਰਾਂ ਨੇ ਆਪਰੇਸ਼ਨ ਕੀਤਾ, ਆਪਰੇਸ਼ਨ ਸਫਲ ਨਹੀਂ ਹੋ ਪਾਇਆ। ਅੱਖਾਂ ਦੀ ਨਿਗਾਹ ਲਗਾਤਾਰ ਵੱਧਦੀ ਚਲੀ ਗਈ। ਲੜਕੀ ਦੀਆਂ ਕੁੱਲ ਅੱਖਾਂ ਦੀ ਨਿਗਾਹ ਲਗਾਤਾਰ ਘਟਦੀ ਚਲੀ ਗਈ। ਐਨਕ ਦਾ ਨੰਬਰ ਲਗਾਤਾਰ ਵੱਧਦਾ ਚਲਾ ਗਿਆ। ਲੜਕੀ ਦਾ ਹੌਸਲਾ ਵੀ ਜਿਹੜਾ ਉਹ ਲਗਾਤਾਰ ਗਿਰਦਾ ਚਲਾ ਗਿਆ। ਆਖਰਕਾਰ ਇਲਾਜ ਕਰਵਾਇਆ, ਤਾਂ ਇਲਾਜ ਕਰਵਾਉਣ ਤੋਂ ਬਾਅਦ ਜਿਹੜਾ ਉਹ ਅੱਜ ਬਿਲਕੁਲ ਹੌਸਲੇ ਦੇ ਵਿੱਚ ਨੇ। ਤੇ ਹੌਸਲੇ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡਾ ਜਿਹੜਾ ਉਮੀਦ ਹੈ ਕਿ 6 ਮਹੀਨੇ ਦੇ ਵਿੱਚ ਮੇਰੀ ਨਿਗਾਹ ਜਿਹੜੀ ਆ ਉਹ ਪੂਰੀ ਤਰ੍ਹਾਂ ਪਹਿਲਾਂ ਵਰਗੀ ਤੰਦਰੁਸਤ ਹੋ ਜਾਏਗੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।